वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 20। ਭਾਗ ਦੂਜਾ। ਤਲਵੰਡੀ ਵਿੱਚ 32 ਵਰੇ। ਤਲਵੰਡੀ ਰਾਏ ਭੋਏ ਦੀ ਤਲਵੰਡੀ ਭਾਗਾਂ ਵਾਲੀ ਹੈ, ਜਿੱਥੇ ਬਾਬਾ ਨਾਨਕ ਨੇ ਪ੍ਰਗਟ ਹੋ ਕੇ ਪਹਿਲਾਂ ਉਸ ਨੂੰ ਕਰਮਾਂ ਵਾਲੀ ਬਣਾਇਆ ਹੈ ਅਤੇ ਫਿਰ ਉਸੇ ਨੂੰ ਪਿੱਛੋਂ ਨਾਨਕ ਦਾ ਘਰ ਨਨਕਾਇਣ ਹੋਣ ਦਾ ਮਾਣ ਮਿਲਿਆ। ਮਹਾਕੋਸ਼ ਦੇ ਲਿਖਾਰੀ ਨੇ ਨਨਕਾਣਾ ਨਾ ਲਿਖ ਕੇ ਨਨਕਾਇਣਾ ਹੀ ਲਿਖਿਆ ਹੈ। ਜੱਜਦਾ ਵੀ ਇਹੀ ਹੀ ਹੈ, ਕਿਉਂਕਿ ਆਰੰਭ ਦਾ ਲਮੇਰਾ ਵਸੇਬਾ ਗੁਰੂ ਨਾਨਕ ਦੇਵ ਜੀ ਨੇ ਉੱਥੇ ਹੀ ਕੀਤਾ ਸੀ। ਭਾਵੇਂ ਉਹ ਪਿੱਛੋਂ ਕਰਤਾਰਪੁਰ ਜਾ ਵਸੇ, ਪਰ ਸ਼ਬਦਾਰਥ ਦੇ ਲਿਖਾਰੀ ਇਹ ਲਿਖਦੇ ਹਨ ਕਿ ਆਪਣੀ ਜਨਮ ਭੂਮੀ ਨਨਕਾਣਾ ਸਾਹਿਬ ਦੇ ਬ੍ਰਿਸ਼ ਬੂਟੇ ਅਤੇ ਨਜ਼ਾਰੇ ਉਹਨਾਂ ਦੇ ਸਾਹਮਣੇ ਹੀ ਰਹੇ। ਫਿਰ ਇਹ ਸੁਭਾਗ ਵੀ ਰਾਏ ਭੋਏ ਨੂੰ ਪ੍ਰਾਪਤ ਹੈ ਕਿ ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਬਾਲ ਸਮਾਂ ਅਤੇ ਚੜ੍ਹਦੀ ਜਵਾਨੀ ਦੇ ਸਾਲ ਗੁਜ਼ਾਰੇ। ਇੱਕ ਅੰਦਾਜ਼ੇ ਮੁਤਾਬਕ ਆਪ ਜੀ ਉੱਥੇ 32 ਵਰੇ ਰਹੇ। ਜਨਮ ਸਾਖੀ ਵਾਲਿਆਂ ਨੇ ਉਹਨਾਂ ਦੇ ਉੱਥੇ ਗੁਜ਼ਾਰੇ ਹਰ ਪਲ, ਹਰ ਦਿਨ, ਹਰ ਮਹੀਨੇ ਅਤੇ ਹਰ ਸਾਲ ਦਾ ਵਰਣਨ ਵੇਰਵੇ ਸਾਹਿਤ ਲਿਖਿਆ ਹੈ। ਉਹ ਤਲਵੰਡੀ ਹੀ ਸੀ ਜਿੱਥੇ ਪਹਿਲੀ ਵਾਰੀ ਹਉ ਤੇਰਾ ਤੇਰੋ ਨਾਉ ਦੀ ਧੁਨੀ ਉੱਠੀ। ਦੁਨੀਆ ਨੇ ਬਹੁਤਿਆਂ ਨੂੰ ਅਹਮ ਬ੍ਰਹਮ, ਅਲਨ ਹੱਕ, ਅੱਲਾਹ ਦਾ ਰਸੂਲ, ਰੱਬ ਦਾ ਪੁੱਤਰ ਹੀ ਕਹਿੰਦੇ ਸੁਣਿਆ ਸੀ, ਪਰ ਇਸ ਵਾਰੀ ਤਲਵੰਡੀ ਵਿੱਚ ਹਉ ਤੇਰਾ ਤੇਰੋ ਨਾਉ ਕਹਿਣ ਵਾਲਾ ਆਇਆ ਸੀ, ਜਿਸ ਪ੍ਰਗਟ ਹੁੰਦੇ ਸਾਰ ਇੱਕ ਉਂਗਲੀ ਉੱਚੀ ਕਰ ਇੱਕ ਦੇ ਲੜ ਲਗਾਇਆ ਸੀ। ਇੱਕ ਉਗਰੀ ਉੱਚੀ ਦਿਖਾਈ। ਮਾਤਾ ਤ੍ਰਿਪਤਾ ਨੇ ਤਾਂ ਤ੍ਰਿਪਤ ਹੋਣਾ ਹੀ ਸੀ, ਪਰ ਦੌਲਤਾਂ ਦਾਈ ਅਤੇ ਤੁਲਸਾ ਨੂੰ ਜੋ ਜਲਵੇ ਦੀ ਦੌਲਤ ਮਿਲੀ, ਉਸ ਨਾਲ ਉਹ ਖਿੜ ਹੀ ਗਈਆਂ। ਮਹਿਤਾ ਕਾਲੂ ਨੇ ਜਦ ਦੌਲਤਾਂ ਦਾਈ ਨੂੰ ਥਾਲ ਵਿੱਚ ਰੱਖ ਕੇ ਰੁਪਏ ਦੇਣੇ ਚਾਹੇ ਤਾਂ ਉਸਨੇ ਕਿਹਾ ਸੀ, ਰਹਿਣ ਦੇ ਮਹਿਤਾ, ਉਹ ਤਾਂ ਰੱਜੀ ਗਈ, ਨਿਹਾਲ ਹੋਏ ਗਈ। ਦੌਲਤਾਂ ਨੇ ਮਹਿਤਾ ਕਾਲੂ ਜੀ ਨੂੰ ਇੱਥੇ ਹੀ ਆਖਿਆ ਸੀ, ਮਹਿਤਾ, ਇਹਨਾਂ ਹੱਥਾਂ ਨਾਲ ਕਿਤਨੇ ਹੀ ਬੱਚਿਆਂ ਨੂੰ ਜਨਮ ਦਿਲਵਾਇਆ ਹੈ, ਪਰ ਅਜਿਹਾ ਕੌਤਕ ਕਦੇ ਨਹੀਂ ਹੋਇਆ ਜੋ ਅੱਜ ਹੋਇਆ। ਮੈਨੂੰ ਇੰਜ ਹੌਲੇ ਹੌਲੇ ਮੁਸਕਰਾ ਕੇ ਮਿਲੇ ਜਿਵੇਂ ਕੋਈ ਬਿਰਧ ਬਾਬਾ ਹੁੰਦਾ ਹੈ। ਮੇਰੇ ਨਾਲ ਗੱਲਾਂ ਵੀ ਕੀਤੀਆਂ। ਜਨਮ ਸਾਖੀ ਵਾਲਾ ਇਹ ਵੀ ਲਿਖਦਾ ਹੈ ਕਿ ਅਨਹਦ ਸ਼ਬਦ ਵਾਜੇ। 33 ਕਰੋੜ ਦੇਵਤਿਆਂ ਨਮਸਕਾਰ ਕੀਆ, ਗੁਪਤ ਪ੍ਰਗਟਾਓ ਨਮਸਕਾਰ ਕੀਆ, ਸਿੱਧੇ ਸਾਧ ਕਹੋ ਨਮਸਕਾਰ ਕੀਆ, ਕੋਟ ਕਰੋੜੀ ਬੇਸਨਹ ਨਮਸਕਾਰ ਕੀਆ। ਪੰਥ ਪ੍ਰਕਾਸ਼ ਦੇ ਸ਼ਬਦਾਂ ਵਿੱਚ ਪੰਡਿਤ ਦੇਖਣ ਆਇਆ ਤਾਂ ਉਸ ਕਿਹਾ, ਇਸ ਅਦਬ ਰੱਖਿਓ, ਇਹ ਕੋਈ ਪੂਰਨ ਪੁਰਖ ਹੈ ਅਯੋ, ਨਹਿ ਕਲੰਕ ਜਨ ਯਹ ਭਇਓ ਆਪ, ਜਾਪਤ ਇਸ ਕੋ ਇਤੋ ਪ੍ਰਤਾਪ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਹੀ ਲਿਖਿਆ ਹੈ ਕਿ ਜਿੱਥੇ ਜਾ ਅਵਿਲ ਗਡਨ ਕੋ ਪ੍ਰਿਥੀ ਖੁਨਾਈ, ਤਾਹਾਂ ਦਰਬ ਤਿਸ ਨਦਰੀ ਆਈ। ਭਾਈ ਗੁਰਦਾਸ ਜੀ ਦੇ ਲਿਖਣ ਅਨੁਸਾਰ ਮਿੱਟੀ ਧੁੰਦ ਜਗ ਚਾਨਣ ਹੋਆ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਅਨੁਸਾਰ ਜੰਮਿਆ ਪੂਤ ਭਗਤ ਗੋਬਿੰਦ ਕਾ। ਫਿਰ ਤਲਵੰਡੀ ਵਿੱਚ ਬਾਲਕਾਂ ਨਾਲ ਖੂੰਡੀ ਦੀ ਖੇਡ ਨਹੀਂ, ਜੀਵਨ ਦੀਆਂ ਖੇਡਾਂ ਦੀਆਂ ਗੱਲਾਂ ਹੋਈਆਂ। ਲੋਕੀ ਬਾਲ ਨਾਨਕ ਦੀਆਂ ਗੱਲਾਂ ਸੁਣ ਵਿਸਮਾਦ ਵਿੱਚ ਚਲੇ ਜਾਂਦੇ, ਜਾਂਦੇ ਜਾਂਦੇ ਰਾਹੀਂ ਰੁਕ ਜਾਂਦੇ। ਜਿਸ ਦੇ ਕੰਨਾਂ ਵਿੱਚ ਕੋਈ ਵਚਨ ਪੈਂਦਾ ਉਹ ਵਿੰਨਿਆ ਹੀ ਜਾਂਦਾ। ਪਾਂਧੇ ਨੇ 35 ਪਾਈ ਤਾਂ ਗੁਰੂ ਜੀ ਨੇ ਪੂਰੀ ਪੱਟੀ ਲਿਖ ਦਿੱਤੀ। ਪਾਂਧੇ ਨੇ ਪਾਂਧੀਆਂ ਨੂੰ ਪੰਧ ਦਰਸਾਉਣਾ ਹੈ, ਪਰ ਜੇ ਉਹ ਆਪ ਹੀ ਉਖੜਿਆ ਉਖੜਿਆ ਗਵਾਚਿਆ ਗਵਾਚਿਆ ਰਹੇਗਾ ਤਾਂ ਪੰਧ ਕਿਵੇਂ ਸਾਜ ਸਕੇਗਾ। ਤਲਵੰਡੀ ਵਿੱਚ ਐਸੀ ਪੱਟੀ ਲਿਖੀ ਕਿ ਰਾਹ ਹੀ ਸੁਖਾਲਾ ਕਰ ਦਿੱਤਾ। ਵਿੱਦਿਆ ਪ੍ਰਣਾਲੀ ਨੂੰ ਸਵਾਰਨ ਵਾਲੇ ਜਦ ਤੱਕ ਉਸੇ ਪੱਟੀ ਲਿਖੀ ਤੇ ਨਹੀਂ ਲਿਖਣਗੇ, ਤਦ ਤੱਕ ਵਿਦਿਆਰਥੀਆਂ ਦੇ ਅੰਦੋਲਨ ਹੁੰਦੇ ਹੀ ਰਹਿਣਗੇ। ਵਿਦਿਆਰਥੀ ਪੜ੍ਹ ਲਿਖ ਕੇ ਵੀ ਅਨਪੜ੍ਹ ਹੀ ਰਹਿਣਗੇ। ਉੱਥੇ ਹੀ ਬਾਬੇ ਨੇ ਅਲਫ ਅਤੇ ਏਕੇ ਦੇ ਅਰਥ ਸਮਝਾਏ। ਮੱਝੀਆਂ ਦੇ ਉੱਥੇ ਹੀ ਛੇੜੂ ਬਣੇ ਅਤੇ ਖੂਹ ਵੀ ਉੱਥੇ ਹੀ ਗੇੜੇ। ਬਾਰ ਵਿੱਚ ਕੜਕਦੀ ਧੁੱਪੇ ਕਿਧਰੇ ਝੱਟ ਅੱਖ ਲੱਗੀ। ਬਿੰਡੇ ਬੋਲਦੇ ਉੱਥੇ ਹੀ ਸੁਣੇ। ਵਪਾਰ ਵੀ ਉੱਥੇ ਹੀ ਕੀਤਾ। ਹੱਟੀ ਵੀ ਉੱਥੇ ਹੀ ਪਾਈ। ਕੀਰਤਨ ਨੇ ਵੀ ਉੱਥੇ ਹੀ ਜਨਮ ਲਿਆ। ਦਾਨਾ ਉੱਥੇ ਹੀ ਮਰਦਾਨਾ ਬਣਿਆ। ਗ੍ਰਹਿਸਤ ਦਾ ਰਹੱਸ ਵੀ ਉੱਥੇ ਹੀ ਖੁੱਲ੍ਹਿਆ।
ਰਾਏ ਬੁਲਾਰ ਨੇ ਨਿੱਤ ਚੜ੍ਹਦੇ ਸੂਰਜ ਉੱਥੇ ਹੀ ਝਲਕਾਰੇ ਡਿੱਠੇ। ਸਦੀਆਂ ਤੋਂ ਪਾਇਆ ਪ੍ਰੋਹਤਵਾਦ ਅਤੇ ਬ੍ਰਹਮਵਾਦ ਦਾ ਜੂਲਾ ਵੀ ਉੱਥੇ ਹੀ ਉਤਾਰਿਆ। ਕਿਰਤ ਅਤੇ ਕਿਰਤੀ ਨੂੰ ਉੱਥੇ ਹੀ ਇੱਕ ਦੂਜੇ ਨਾਲ ਜੋੜਿਆ ਗਿਆ। ਪ੍ਰਕਾਸ਼। ਤਲਵੰਡੀ ਵਿਖੇ ਬਾਬੇ ਦਾ ਜਨਮ ਅੰਮ੍ਰਿਤ ਵੇਲੇ ਹੋਇਆ। ਵਿਸਾਖ ਸੁਦੀ 3 ਸੀ। ਸੰਮਤ 1526, ਸੰਨ 1469 ਅਤੇ ਅਪ੍ਰੈਲ ਦੀ 15 ਸੀ। ਦਿਨ ਬੁੱਧਵਾਰ ਸੀ। ਖੁਸ਼ੀ ਦੇ ਵਾਜੇ ਵੱਜੇ। ਇਵੇਂ ਹੋਇਆ ਜਿਵੇਂ 8 ਬੱਤੀਆਂ ਵਾਲੇ ਸ਼ਮਾਦਾਨ ਦੀ ਰੌਸ਼ਨੀ। ਸੂਰਜ ਚੜ੍ਹਿਆ ਨਿੰਮੀ ਹੀ ਪੈ ਜਾਂਦੀ ਹੋਵੇ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪ ਅੰਧੇਰ ਪਲੋਆ ਵਾਲੀ ਗੱਲ ਹੋਈ ਸੀ। ਕਈ ਜੀਵ ਦਿਲਦਰੀ ਸਨ, ਉਹ ਧਨਵੰਤ ਹੋਏ। ਕਈ ਜੀਵ ਰੋਗੀ ਸਨ, ਉਹ ਅਰੋਗ ਹੋਏ। ਪ੍ਰਿਥਵੀ ਨੇ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕੀਤਾ। ਉਸ ਵੇਲੇ ਰਾਜ ਬਹਿਲੋਲ ਲੋਧੀ ਦਾ ਸੀ। ਬਹਿਲੋਲ ਲੋਧੀ ਚੁਗਤਈ ਘਰਾਣੇ ਦੇ ਸਰਗਵਾਸੀ ਅਮੀਰ ਤੈਮੂਰ ਸਾਹਿਬੇ ਕਿਰਾਂ ਦੇ ਪੋਤਰੇ ਸ਼ੇਖ ਉਮਰ ਦੀ ਸੰਤਾਨ ਵਿੱਚੋਂ ਸੀ। ਉਸ ਵੇਲੇ ਪਿੰਡ ਰਾਏ ਭੋਏ ਭੱਟੀ ਦੀ ਤਲਵੰਡੀ ਕਰਕੇ ਵੱਜਦਾ ਸੀ। ਤਲਵੰਡੀ ਦੁਆਬਾ ਵਿੱਚ ਨਬੀਪੁਰ ਕੁਰੇਸ਼ਾਂ ਦੇ ਲਾਗੇ ਹੀ ਸੀ। ਦੁੱਲਾ ਭੱਟੀ ਦੀ ਵਾਰ ਕਰਕੇ ਵੀ ਇਲਾਕਾ ਜਾਣਿਆ ਜਾਂਦਾ ਸੀ। ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਸ਼ੇਖੂਪੁਰਾ ਦੇ ਪਰਗਣੇ ਵਿੱਚ ਤਲਵੰਡੀ ਪੈਂਦੀ ਸੀ। ਕੁਝ ਚਿਰ ਇਸ ਦਾ ਨਾਂ ਰਾਏਪੁਰ ਵੀ ਰਿਹਾ, ਫਿਰ ਰਾਏ ਭੋਏ ਵੀ ਰਿਹਾ, ਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਿੱਛੋਂ ਨਨਕਾਣਾ ਅਤੇ ਬਾਅਦ ਵਿੱਚ ਨਨਕਾਣਾ ਸਾਹਿਬ ਹੋ ਗਿਆ। ਸੰਸਾਰੀ ਬੱਚੇ ਜੰਮਣ ਵੇਲੇ ਰੋ ਰੋ ਕੇ ਦੁਨੀਆ ਵਿੱਚ ਆਪਣਾ ਆਉਣਾ ਦੱਸਦੇ ਹਨ, ਪਰ ਬਾਬਾ ਤਾਂ ਨਿਰੰਕਾਰੀ ਬਾਲ ਸੀ। ਉਸ ਦੀ ਆਮਦ ਨਾਲ ਜਿੱਥੇ ਸਭ ਸ੍ਰਿਸ਼ਟੀ ਨੂੰ ਸੁੱਖ ਮਿਲਿਆ, ਉੱਥੇ ਦੁਨੀਆ ਨੂੰ ਇੱਕ ਪੈਗਾਮ ਵੀ ਮਿਲਿਆ। ਮਿਹਰਬਾਨ ਦੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਉਹਨਾਂ ਜਨਮ ਲੈਂਦੇ ਸਾਰ 2 ਬਚਨ ਆਖੇ। ਉਹ ਬਚਨ ਹੀ ਉਹਨਾਂ ਦੇ ਜੀਵਨ ਭਰ ਦਾ ਮੁੱਖ ਨਾਅਰਾ ਬਣਿਆ ਰਿਹਾ। ਜਨਮ ਵੇਲੇ ਦਾ ਮਹਾਨ ਵਾਕ ਸੀ, ਹਉ ਤੇਰਾ ਤੇਰੋ ਨਾਉ। ਸੈਯਦ ਮੁਹੰਮਦ ਲਤੀਫ ਲਿਖਦਾ ਹੈ ਕਿ ਬਾਬੇ ਦੇ ਮੁਖ ਵਿੱਚ ਸਦਾ ਤੂੰ ਨਿਰੰਕਾਰ ਕਰਤਾਰ, ਨਾਨਕ ਬੰਦਾ ਤੇਰਾ ਹੀ ਰਹਿੰਦਾ ਸੀ। ਤਾਰੀਖ ਪੰਜਾਬ ਵਿੱਚ ਲਿਖਿਆ ਮਿਲਦਾ ਹੈ ਕਿ ਮਰਦਾਨੇ ਦੀ ਰਬਾਬ ਹਰ ਸਮੇਂ ਨਾਨਕ ਬੰਦਾ ਤੇਰਾ ਹੀ ਗੁਜਾਉਂਦੀ ਰਹਿੰਦੀ ਸੀ। ਜਦ ਵੀ ਗੁਰੂ ਨਾਨਕ ਜੀ ਮਰਦਾਨਾ ਜੀ ਨੂੰ ਰਬਾਬ ਛੇੜਨ ਲਈ ਹੁਕਮ ਦਿੰਦੇ ਤਾਂ ਕਹਿੰਦੇ, ਮਰਦਾਨਿਆਂ ਛੇੜ ਰਬਾਬ, ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਜਨਮ ਵੇਲੇ ਕਿਸੇ ਨੂੰ ਸੋਝੀ ਹੀ ਨਹੀਂ ਆਈ ਕਿ ਉਹ ਕੀ ਆਖ ਰਹੇ ਸਨ। ਦੁਨੀਆ ਤਾਂ ਮੈਂ ਮੇਰੀ ਨੂੰ ਹੀ ਜਾਣਦੀ ਸੀ। ਇੱਥੇ ਤੇਰਾ ਤੇਰਾ, ਹਉ ਤੇਰਾ ਤੇਰਾ ਨਾਉ ਕਹਿਣ ਕਹਾਉਣ ਵਾਲਾ ਆ ਪੁੱਜਾ ਸੀ। ਇਹ ਗੱਲ ਹੁਣ ਤੱਕ ਜਗਤ ਸਮਝ ਨਹੀਂ ਸੀ ਸਕਿਆ ਕਿ ਦੁੱਖਾਂ ਦਾ ਮੂਲ ਕਾਰਨ ਮੈਂ ਹੈ ਤੇ ਸੁੱਖਾਂ ਦਾ ਰਾਹ ਤੇਰਾ ਤੇਰਾ ਵਿੱਚ ਹੈ। ਵੇਦਾਂਤੀ ਜਦ ਸਿਖਰ ਨੂੰ ਛੂੰਹਦਾ ਹੈ ਅਤੇ ਅਹੰ ਬ੍ਰਹਮ ਕਹਿੰਦਾ ਹੈ, ਸੂਫੀ ਅਲਨ ਹੱਕ ਮੈਂ ਖੁਦਾ ਹਾਂ। ਸਿੱਖ ਜਦ ਸਿਖਰ ਨੂੰ ਛੂੰਹਦਾ ਹੈ ਤਾਂ ਤੂੰ ਤੂੰ ਤੇਰਾ ਤੇਰਾ ਆਖਦਾ ਹੈ। ਬਚਪਨ। ਕਦੇ ਰੋ ਕੇ ਬਾਲਕ ਬਾਬੇ ਦੁੱਧ ਨਾ ਮੰਗਿਆ, ਐਸੇ ਸੰਤੁਸ਼ਟ ਰਹਿਣਾ ਕਿ ਜਦੋਂ ਮਾਂ ਨੇ ਪਿਲਾਉਣਾ ਤਦੋਂ ਹੀ ਪੀਣਾ। ਸੰਤੋਖ ਘਰ ਉਹਨਾਂ ਦਾ ਜਨਮ ਸੀ ਅਤੇ ਸੰਤੋਖ ਨੂੰ ਹੀ ਉਹਨਾਂ ਜੀਵਨ ਸਾਥੀ ਬਣਾਇਆ ਸੀ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ ਸਹਿਜ ਸਉ ਦੇਈ ਨਾ ਦੇਈ, ਨਹੀਂ ਤਾਂ ਤੇਰਾ ਨਾਉ, ਤੇਰੋ ਨਾਉ ਹੀ ਕਹਿੰਦੇ ਰਹਿਣ। ਉਹਨਾਂ ਨੂੰ ਦੇਖ ਕੇ ਹੀ ਸਾਰਿਆਂ ਨੂੰ ਸ਼ਾਂਤੀ ਮਿਲ ਰਹੀ ਸੀ। 9 ਦਿਨਾਂ ਦੇ ਹੋਏ ਤਾਂ ਨਾਮ ਰੱਖਣ ਲਈ ਪੰਡਤ ਆਇਆ। ਪੰਡਤ ਹਰਦਿਆਲ ਨੇ ਨਾਂ ਨਾਨਕ ਰੱਖਿਆ। ਮਹਿਤਾ ਕਾਲੂ ਨੇ ਉਸੇ ਵੇਲੇ ਆਖ ਦਿੱਤਾ, ਪੰਡਤ ਜੀ ਇਹ ਨਾਂ ਤੁਸਾਂ ਕੈਸੇ ਧਰਿਆ? ਇਸ ਤੋਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਹ ਹਿੰਦੂ ਹੈ ਕਿ ਮੁਸਲਮਾਨ। ਪੰਡਤ ਜੀ ਨੇ ਵਿਆਖਿਆ ਕਰਦਿਆਂ ਕਿਹਾ, ਹਿੰਦੂ ਤੁਰਕ ਦਿਉ ਇਸਕੇ ਸੀਸ, ਪੂਜੈ ਪ੍ਰੇਮ ਮਹਾਨਾ, ਜਾਂ ਕੇ ਪੱਗ ਜਹਾਜ਼ ਸਮ ਜਾਨੋ, ਕਰਹਿ ਪਾਰ ਜਹਾਨਾ, ਸਿਰ ਤੇ ਛਤਰ ਫਿਰਿਆ ਲੋੜੀਐ। ਵੈਲਜੀ ਨਾਂ ਦੇ ਪਾਦਰੀ ਨੇ ਵੀ ਇਹੀ ਹੀ ਲਿਖਿਆ ਹੈ ਕਿ ਨਾਨਕ ਹਿੰਦੀ ਜਾਂ ਸੰਸਕ੍ਰਿਤ ਦਾ ਕੋਈ ਸ਼ਬਦ ਨਹੀਂ। ਕਈ ਵਾਰੀ ਸਹਿਜ ਸੁਭਾਅ ਹੀ ਐਸੀ ਗੱਲ ਆਖੀ ਜਾਂਦੀ ਹੈ ਜਿਸ ਦਾ ਭਾਵ ਅਰਥ ਭਰਪੂਰ ਹੁੰਦਾ ਹੈ ਅਤੇ ਜਿਸ ਦਾ
ਪ੍ਰਭਾਵ ਦੂਰ ਰਸ। ਭਾਈ ਵੀਰ ਸਿੰਘ ਜੀ ਨੇ ਵੀ ਨਾਨਕ ਪ੍ਰਕਾਸ਼ ਵਿੱਚ ਨਾਨਕ ਦੇ ਅਰਥ ਭਾਵ ਕਰਦੇ ਹੋਏ ਟੁਕ ਦਿੱਤੀ ਹੈ ਕਿ ਏਕ ਅੱਖਰੇ ਕੋਸ਼ ਅਨੁਸਾਰ ਨਾਂ ਦਾ ਅਰਥ ਪੁਰਖ ਹੈ। ਇਸ ਪਹਿਲੇ ਨੰਨੇ ਦੇ ਕੰਨੇ ਨੂੰ ਐੜਾ ਸਮਝੋ। ਇਉਂ ਅਣਕ ਪਦ ਵੱਧ ਗਿਆ। ਇਸ ਅਣਕ ਪਦ ਵਿੱਚ ਆਏ ਦੂਜੇ ਨੰਨੇ ਵਿੱਚ ਦੂਜਾ ਐੜਾ ਹੈ। ਇਸ ਲਈ ਹੁਣ ਅੰਨ ਅਤੇ ਅੱਕ ਦੋ ਸ਼ਬਦ ਬਣ ਗਏ। ਅੱਕ ਦਾ ਅਰਥ ਹੈ ਦੁੱਖ ਅਤੇ ਅੰਨ ਦਾ ਅਰਥ ਨਹੀਂ। ਅਰਥ ਹੋਇਆ ਜਿਸ ਪੁਰਖ ਨੂੰ ਕਦੇ ਦੁੱਖ ਨਹੀਂ, ਜੋ ਸਦਾ ਆਨੰਦ ਸਰੂਪ ਹੈ, ਉਹ ਨਾਨਕ ਹੈ। ਵਾਸਤਵ ਵਿੱਚ ਗੁਰੂ ਨਾਨਕ ਦਾ ਉਪਦੇਸ਼ ਹੀ ਧਰਮਾਂ ਦਾ ਵਿਖਰੇਵਾਂ ਤੋੜਨਾ ਸੀ। ਇਸੇ ਲਈ ਹਰਦਿਆਲ ਜੀ ਨੇ ਕਿਹਾ ਸੀ, ਇਸ ਨੂੰ ਧਰਤ ਸਾਗਰ ਅਤੇ ਪਹਾੜ ਸਭੋ ਰਾਹ ਦੇਣਗੇ, ਗੋ ਗਿਰ ਸਾਗਰ ਮਾਰਗ ਦੇਈ। ਉਹ ਜਨਮ ਜਾਤ ਜਿਸਮ ਅਤੇ ਜਿਣਸ ਦੀਆਂ ਤਰੇੜਾਂ ਮੇਟਣ ਆਏ ਸਨ। ਇਸੇ ਨੂੰ ਕਿਸੇ ਹਲਚਲ ਸਮਝ ਲਿਆ। ਦੌਲਤ ਖਾਂ ਪਾਸ ਇੱਕ ਵਾਰ ਸ਼ਿਕਾਇਤ ਵੀ ਹੋਈ ਕਿ ਉਹ ਹਿੰਦੂ ਅਤੇ ਮੁਸਲਮਾਨਾਂ ਵਿੱਚ ਹਲਚਲ ਮਚਾ ਰਿਹਾ ਹੈ। ਨਾ ਹਮ ਹਿੰਦੂ ਨਾ ਮੁਸਲਮਾਨ ਕਹਿਣਾ ਇੱਕ ਦੂਜੀ ਕਿਸਮ ਦੀ ਹਲਚਲ ਸੀ। ਸ਼ਰਾਂ ਦੇ ਕੈਦੀਆਂ ਨੂੰ ਇਹ ਕਿਵੇਂ ਜਰ ਹੁੰਦਾ ਸੀ। ਮੁਸਲਮਾਨੀ ਰਾਜ ਵਿੱਚ ਕਈਆਂ ਦੇ ਸਿਰ ਨਿਰੋਲ ਇਸੇ ਲਈ ਉਤਾਰ ਦਿੱਤੇ ਗਏ ਸਨ ਕਿ ਉਹ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਕਹਿੰਦੇ ਸਨ। ਫਿਰ ਨਾਨਕ ਨਾਂ ਦੇ ਹਰ ਕਿਸੇ ਨੇ ਆਪਣੇ ਮਨ ਦੇ ਅਰਥ ਹੀ ਲਗਾਏ ਹਨ। ਜੇ ਕੋਈ ਨਾਨਕ ਨੂੰ ਨਨਸ਼ਿਓਂ ਤੋਂ ਵਿਗੜਿਆ ਕਹਿੰਦਾ ਹੈ ਤਾਂ ਦੂਜਾ ਨਾਨਕ ਦਾ ਅਰਥ ਦੋ ਜਹਾਨਾਂ ਵਿੱਚ ਨਿਆਮਤ ਵੰਡਣ ਵਾਲਾ ਕਹਿੰਦਾ ਹੈ। ਕੋਈ ਸਾਧੂ T.L. ਵਾਸਵਾਨੀ ਵਰਗਾ ਨਾਨਕ ਦੇ ਅਰਥ ਅੱਗ ਅਤੇ ਕੋਈ ਹੋਰ ਕੁਝ ਵੀ ਨਹੀਂ ਆਖਦਾ ਹੈ। ਉਮਰ ਦੇ 66 ਸਾਲ ਵਿੱਚ ਜਦ ਇੱਕ ਨੇ ਆਪ ਕੋਲੋਂ ਨਾ ਪੁੱਛਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਅਜੇ ਵੀ ਮੇਰਾ ਕੋਈ ਨਾਂ ਰਹਿ ਗਿਆ ਹੈ। ਸੱਚੀ ਗੱਲ ਇਹ ਹੀ ਹੈ। ਨਾਨਕ ਨਾਮ ਕਹੀਏ ਜਿਸ ਵਿੱਚ ਨਹੀਂ ਅਣਕ ਪ੍ਰਕਾਸ਼ ਕੀ ਦੈਂਤਾ। ਇੱਕ ਮਹੀਨੇ ਦੇ ਸਨ। ਜੇ ਕੋਈ ਆਵਾਜ਼ ਮਾਰੇ ਤਾਂ ਉਸ ਵੇਲੇ ਨੀਝ ਲਗਾ ਕੇ ਦੇਖਣ ਲੱਗ ਪੈਂਦੇ ਸਨ, ਪਰ ਕਿਹੜਾ ਝੱਲੇ ਗੁਰੂ ਦੀ ਝਾਲਾ। ਹਰ ਕੋਈ ਨਮਸਕਾਰ ਕਰਕੇ ਅੱਗੇ ਤੁਰ ਜਾਂਦਾ। ਕਈਆਂ ਦੀਦਾਰ ਪਾ ਕੇ ਸਰੀਰਾਂ ਵਿੱਚ ਨਵਾਂ ਰਸ ਭਰਦਾ ਮਹਿਸੂਸ ਕੀਤਾ। ਨਦਰੀ ਨਦਰ ਨਿਹਾਲ ਜੋ ਕਰਨ ਆਏ ਸਨ। 3 ਮਹੀਨਿਆਂ ਦੇ ਹੋਏ ਤਾਂ ਗਰਦਨ ਟਿਕਾ ਕੇ ਬੈਠ ਜਾਂਦੇ। ਇੰਜ ਪ੍ਰਤੀਤ ਹੁੰਦਾ ਜਿਵੇਂ ਕਿਸੇ ਸੋਚ ਨੇ ਉਹਨਾਂ ਨੂੰ ਗਰਸਿਆ ਹੋਇਆ ਹੈ। 4 ਮਹੀਨੇ ਦੇ ਹੋਏ ਤਾਂ ਛੋਟੀ ਜਿਹੀ ਝੱਗੀ ਪਾਈ ਗਈ। 6 ਮਹੀਨਿਆਂ ਦੇ ਅੱਗੋਂ ਹੁੰਗਾਰਾ ਵੀ ਦਿੰਦੇ। 7 ਮਹੀਨਿਆਂ ਦੇ ਚੌਂਕੜ ਮਾਰ ਕੇ ਬੈਠ ਜਾਂਦੇ। ਕੋਈ ਤਪਸਵੀ ਕਹਿੰਦਾ ਤੇ ਕੋਈ ਜੋਗੀ। 8 ਮਹੀਨਿਆਂ ਦੇ ਸਨ ਤਾਂ ਬੀਰ ਆਸਣ ਲਗਾ ਕੇ ਬੈਠ ਜਾਂਦੇ। ਇੱਕ ਗੋਡੇ ਦੀ ਟੇਕ ਨਾਲ ਹੀ ਕਿੰਨਾ ਕਿੰਨਾ ਚਿਰ ਬੈਠੇ ਰਹਿੰਦੇ। 9 ਮਹੀਨਿਆਂ ਦੇ ਸਨ ਤਾਂ ਤੁਰਨ ਲੱਗ ਪਏ ਅਤੇ ਮੁੱਖੋਂ ਬਾਬਾ ਬਾਬਾ ਵੀ ਕਹਿੰਦੇ। 1 ਸਾਲ ਦੇ ਹੋਏ ਤਾਂ ਸਾਵਧਾਨੀ ਨਾਲ ਤੁਰਦੇ। 1.5 ਬਰਸ ਦੇ ਹੋਏ ਜਦ ਬੋਲਣਾ ਵਾਹਿਗੁਰੂ ਵਾਹਿਗੁਰੂ ਬੋਲਣ। 2 ਸਾਲ ਦੇ ਹੋਏ ਤਾਂ ਬੱਚਿਆਂ ਨਾਲ ਜਦੋਂ ਬਾਹਰ ਖੇਡਣ ਵੀ ਚਲੇ ਜਾਂਦੇ, ਪਰ ਖੇਡਾਂ ਬੜੀਆਂ ਅਸਚਰਜਮਈ ਕਰਦੇ। ਬੱਚਿਆਂ ਨੂੰ ਐਸੀਆਂ ਨਸੀਹਤਾਂ ਦਿੰਦੇ ਕਿ ਬੱਚਿਆਂ ਦੇ ਮਾਪੇ ਨਸੀਹਤ ਦੇਣ ਵਾਲੇ ਨੂੰ ਦੇਖਣ ਆਉਂਦੇ। ਹਿੰਦੂ ਆਖੇ ਧੰਨ ਗੋਬਿੰਦ ਕੈਸੇ ਸ਼ੁਭ ਬਚਨ ਬੋਲਦਾ ਹੈ, ਕੋਈ ਪਰਮੇਸ਼ਰ ਰੂਪ ਹੈ। ਮੁਸਲਮਾਨ ਆਖੇ ਵਾਹ ਖੁਦਾਏ ਤੇਰੀ ਪਦਾਇਸ਼, ਕੈਸਾ ਖੂਬਸੂਰਤ, ਕੈਸੀ ਨਸੀਹਤ ਕਰਦਾ ਹੈ, ਕੈਸਾ ਬੋਲਦਾ ਹੈ, ਨਿਸ਼ਾ ਕੈਸੀ ਹੋਤੀ ਹੈ ਇਸ ਦੇ ਬੋਲਣ ਸਾਥ। ਵੱਡਾ ਕੋਈ ਖੁਦਾਏ ਦਾ ਨੇਕ ਹੈ। ਤਾਰੀਖ ਏ ਪੰਜਾਬ ਦਾ ਲਿਖਾਰੀ ਕਨ੍ਹੱਈਆ ਲਾਲ ਲਿਖਦਾ ਹੈ, ਛੋਟੀ ਉਮਰੇ ਹੀ ਨਾਨਕ ਜੀ ਦੀਆਂ ਆਦਤਾਂ ਬਜ਼ੁਰਗਾਂ ਵਾਲੀਆਂ ਸਨ। ਉਹ ਕਦੇ ਘਰੋਂ ਬਾਹਰ ਨਾ ਜਾਂਦੇ, ਨਾ ਹੀ ਆਮ ਮੁੰਡਿਆਂ ਵਿੱਚ ਖੇਡਦੇ। ਹਰ ਗੱਲ ਨਾਲੋਂ ਰੱਬ ਦੀ ਯਾਦ ਨੂੰ ਚੰਗੇਰਾ ਸਮਝਦੇ। ਵਧੇਰੇ ਸਮਾਂ ਚੁੱਪ ਹੀ ਰਹਿੰਦੇ, ਬਿਨਾਂ ਬੁਲਾਇਆ ਨਾ ਬੋਲਦੇ ਅਤੇ ਜਿਹੜਾ ਕੰਮ ਆਪੇ ਕਰਨ ਲਈ ਕਹਿੰਦੇ ਉਹ ਪੂਰੇ ਦਿਲ ਨਾਲ ਕਰਦੇ। ਪਰ ਦਾਨੀ ਸੁਭਾਅ ਬਹੁਤਾ ਸੀ। ਇੱਕ ਦਿਨ ਘਰ ਦਾ ਲੋਟਾ ਕਿਸੇ ਫਕੀਰ ਨੂੰ ਦੇ ਆਏ। ਲੋੜਵੰਦਾਂ ਨੂੰ ਦੇ ਕੇ ਬੜੇ ਪ੍ਰਸੰਨ ਹੁੰਦੇ। ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਤਲਵੰਡੀ ਦੇ ਆਲੇ ਦੁਆਲੇ ਘੜੇ ਜੰਗਲਾਂ ਵਿੱਚ ਤਪੀ ਅਤੇ ਸੰਤ ਰਹਿੰਦੇ ਸਨ। ਮਕਾਲਫ ਦੇ ਵਿਚਾਰਾਂ ਅਨੁਸਾਰ ਇਸ ਦੇ 2 ਕਾਰਨ ਸਨ। ਇੱਕ ਇਕਾਂਤ ਹੋਣ ਕਾਰਨ ਭਗਤੀ ਵਿੱਚ ਵਿਘਨ ਨਹੀਂ ਪੈਂਦਾ ਸੀ। ਦੂਜੇ ਕੱਟੜ ਮੁਸਲਮਾਨ ਹਾਕਮ ਦੇ ਜ਼ੁਲਮਾਂ ਤੋਂ ਬਚੇ ਰਹਿਣ ਲਈ ਫਕੀਰ ਅਤੇ ਸੰਤ ਇੱਥੇ ਆ ਕੇ ਟਿਕਦੇ ਸਨ। ਸਾਰੀਆਂ ਜਨਮ ਸਾਖੀਆਂ ਵਿੱਚ ਆਉਂਦਾ ਹੈ ਕਿ ਗੁਰੂ ਜੀ ਛੋਟੀ ਉਮਰ ਵਿੱਚ ਉੱਥੇ ਜਾਣ ਲੱਗ ਪਏ ਸਨ ਅਤੇ ਧਾਰਮਿਕ ਪੁਰਸ਼ਾਂ ਦੀ ਸੰਗਤ ਕਰਦੇ ਸਨ।
ਜਦ ਵੇਖਦੇ ਕੋਈ ਅਤੀਤ ਸਾਧੂ ਭਗਤ ਆਇਆ ਹੈ ਤਾਂ ਉਸ ਨੂੰ ਬੁਲਾਏ ਕਰ ਘਰ ਵਿੱਚ ਨਾਲ ਲੈ ਜਾਣਾ, ਭੋਜਨ ਖਵਾਉਣਾ, ਸੇਵਾ ਟਹਿਲ ਪ੍ਰਤੀਤ ਨਾਲ ਕਰਨੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਜੋ ਕੁਝ ਘਰੋਂ ਬਾਹਰ ਲੈ ਜਾਣ ਮੁੜ ਕੇ ਨਾ ਲਿਆਉਣ, ਅੰਨ ਬਸਤਰ ਬਰਤਨ ਗਰੀਬ ਨੂੰ ਦੇ ਛੱਡਣ। ਜਨਮ ਸਾਖੀ ਦੇ ਸ਼ਬਦਾਂ ਵਿੱਚ, ਇੱਕ ਵਾਰੀ ਨਾ ਬੋਲੇ ਨਾ ਖਾਏ ਨਾ ਸਵੇ ਨਾ ਕਿसी की तरफ देखे ना सुने, ਬੇਖੁਦ ਹੋ ਗਏ। ਲੋਕਾਂ ਵੇਖਦਿਆਂ ਤਾਂ ਇੱਕ ਦੂਜੇ ਨੂੰ ਕਹਿਣਾ ਆਰੰਭ ਕਰ ਦਿੱਤਾ ਕਿ ਯਾਰੋ ਨਾਨਕ ਦੇ ਤਾਈ ਖੁਦਾਏ ਦੀ ਬਾਤ ਹੋ ਗਈ। ਘਰ ਵਾਲਿਆਂ ਵੈਦਾਂ ਹਕੀਮਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਾ ਬੋਲੇ। ਆਖਰ ਇੱਕ ਪੁੱਜੀ ਆਤਮਾ ਨੇ ਨਾਨਕ ਦੇਵ ਜੀ ਦਾ ਸੁਭਾਅ ਦੇਖ ਲਿਆ। ਨਾਨਕ ਜੀ ਤੂੰ ਆਪਣੇ ਖੁਦਾਏ ਦੇ ਨਾਏ ਅਤੇ ਬੋਲ, ਰਜਾਏ ਖੁਦਾਏ ਬੋਲ, ਇੱਕ ਭੋਰਾ ਕੁਝ ਬੋਲ। ਰਜਾਏ ਖੁਦਾਏ ਕਿਹਾ ਤਾਂ ਆਪ ਜੀ ਨੇ ਸਿਰਫ ਇੰਨਾ ਹੀ ਵਚਨ ਕੀਤਾ, ਦੁਨੀਆ ਮੁਕਾਮੇ ਫਾਨੀ। ਉਹਨਾਂ ਦੀ ਬਾਣੀ ਸੁਣ ਕੇ ਲੋਕੀ ਬੋਲ ਉੱਠੇ, ਵਾਹ ਹੈ ਨਾਨਕ, ਜਿਸ ਅਸਾਂ ਪਹੁੰਚ ਖੁਦਾਏ ਦਿੱਤੀ ਹੈ। ਜਨਮ ਸਾਖੀ ਅਨੁਸਾਰ ਸਦਾ ਨਸੀਹਤ ਦੇਵੇ ਦੀਨ ਕੇ ਰਾਹ ਦੀ। ਰਤਨ ਚੰਦ ਬਾਲ ਨੇ ਖਾਲਿਸਨਾਮਾ ਵਿੱਚ ਲਿਖਿਆ ਹੈ ਕਿ ਬਚਪਨ ਤੋਂ ਹੀ ਉਹਨਾਂ ਦੇ ਚਿਹਰੇ ਤੋਂ ਨੂਰਾਨੀ ਝਲਕਾਂ ਲਿਸ਼ਕਣ ਲੱਗ ਪੈਂਦੀਆਂ ਸਨ ਅਤੇ ਕਰਾਮਾਤਾਂ ਦੇ ਚਿੰਨ੍ਹ ਉਹਨਾਂ ਦੇ ਮਸਤਕ 'ਤੇ ਪ੍ਰਤੱਖ ਦਿਸਦੇ ਸਨ। ਪੜ੍ਹਾਈ। ਜਦ 7 ਵਰ੍ਹਿਆਂ ਦੇ ਹੋਏ ਤਾਂ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਨੇ ਪਾਇਆ ਗਿਆ। ਉਹਨਾਂ ਪਹਿਲਾਂ ਪ੍ਰਸ਼ਨ ਹੀ ਪਾਂਧੇ ਪਾਸ ਇਹ ਕੀਤਾ, ਪਾਂਧੇ ਤੂੰ ਕੁਝ ਪੜ੍ਹਿਆ ਹੈ ਜੋ ਮੇਰੇ ਤਾਈਂ ਪੜ੍ਹਾਉਂਦਾ ਹੈ? ਠੀਕ ਕਿਹਾ ਸੀ ਬਾਬੇ ਨੇ। ਪਾਂਧਾ ਇਹ ਬਗੈਰ ਜਾਣੇ ਹੀ ਉਸ ਦੀ ਪੜ੍ਹਾਈ ਦਾ ਕੀ ਸਿੱਟਾ ਨਿਕਲਦਾ ਹੈ। ਪੜ੍ਹਾਈ ਤੁਰੀ ਜਾ ਰਹੀ ਹੈ। ਉੱਥੇ ਹੀ ਮਹਾਰਾਜ ਦੇ ਬਚਨ ਸਨ ਕਿ ਉਸ ਵਿੱਦਿਆ ਦਾ ਕੀ ਪੜ੍ਹਿਆ ਜੇ ਮਾਇਆ ਦਾ ਜੰਜਾਲ ਹੀ ਨਾ ਟੁੱਟਾ। ਜਿਸ ਦੇ ਲਿਖਣ ਨਾਲ ਵਿਕਾਰ ਹੀ ਫੈਲਦੇ ਹਨ, ਉਸ ਦੇ ਲਿਖਣ ਦਾ ਕੀ ਲਾਭ। ਸਾਡੀ ਸਾਰੀ ਪੜ੍ਹਾਈ ਵਿਹਲੜ, ਆਲਸੀ, ਕਮਚੋਰ, ਮਾਇਆ ਇਕੱਠੀ ਕਰਨ ਲਈ ਤਰਲਿਆਂ ਵਾਲੇ ਪੁਰਸ਼ ਪੈਦਾ ਕਰ ਰਹੀ ਹੈ। ਪੜ੍ਹਾਈ ਤਾਂ ਐਸੀ ਹੋਵੇ ਜੋ ਪਕੜ ਗਵਾਏ, ਮੋਹ ਤੋੜੇ, ਸਾਧਨਾ ਲਈ ਲਗਨ ਪੈਦਾ ਕਰੇ, ਅੰਦਰ ਉਤਸ਼ਾਹ ਜਗਾਏ, ਚਾਅ ਪੈਦਾ ਕਰੇ, ਹਿਰਦੇ 'ਤੇ ਡੂੰਘੀ ਛਾਪ ਲਗਾਏ, ਕੁਝ ਕਰ ਗੁਜ਼ਰਨ ਦਾ ਉਮਾ ਉਪਜਾਏ, ਪਰਮੇਸ਼ਰ ਨਾ ਵਿਸਰਨ ਦੇਵੇ। ਇਹ ਯਕੀਨ ਹੈ ਕਿ ਸਭ ਉਥਲ ਪੁਥਲ ਤਦੇ ਹੀ ਹੋ ਰਹੀ ਹੈ ਜੋ ਵਿੱਚੋਂ ਪਰਮੇਸ਼ਰ ਨਿਕਲ ਗਿਆ ਹੈ। ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਵਿਦਿਆਰਥੀ ਜੋ ਸਾੜ ਫੂਕ ਕਰਦਾ ਹੈ, ਇਸ ਵਿੱਚ ਉਸ ਦਾ ਅਸੰਤੋਖ ਹੀ ਪ੍ਰਗਟ ਹੁੰਦਾ ਹੈ। ਅਸੰਤੁਸ਼ਟਤਾ ਮਹਿਸੂਸ ਕਰਦੇ ਹੀ ਉਹ ਅੰਦਰ ਦੀ ਟੇਕ ਨਾਲੋਂ ਬਾਹਰੋਂ ਸਹਾਰਾ ਲੱਭਦਾ ਹੈ। ਵਿਦਿਆਰਥੀਆਂ ਵਿੱਚ ਨਸ਼ਾ, ਸ਼ਰਾਬ, ਮਾਰਜੂਆਨਾ, LSD ਅਤੇ ਸਿਗਰਟ ਨਿੱਤ ਵਰਤੋਂ ਬਣਨ ਦਾ ਕਾਰਨ ਪਰਮੇਸ਼ਰ ਭੁੱਲਣਾ ਹੈ। ਪਰਮਾਤਮਾ ਲਿਖਣ ਦੀ ਜਾਂਚ ਹੀ ਉਸ ਨੂੰ ਭੁੱਲ ਗਈ ਹੈ। ਉਸ ਨੂੰ ਵਾਰ-ਵਾਰ ਇਹ ਕਹਿਣ ਦੀ ਲੋੜ ਹੈ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਗੁਰੂ ਜੀ ਨੇ ਪੱਟੀ ਲਿਖੀ ਦੀ ਰਹਾਉ ਦੀ ਤੁਕ ਵਿੱਚ ਬੜੀ ਕਰੜੀ ਚੇਤਾਵਨੀ ਦਿੱਤੀ ਹੈ ਕਿ ਹੇ ਮੂਰਖ, ਅਸਲ ਜੀਵਨ ਰਾਹ ਤੋਂ ਕਿਉਂ ਲਾਂਭੇ ਜਾਂਦਾ ਹੈ। ਤਦੋਂ ਹੀ ਤੂੰ ਪੜ੍ਹਿਆ ਹੋਇਆ ਵਿਦਵਾਨ ਸਮਝਿਆ ਜਾ ਸਕੇਗਾ ਜਦੋਂ ਸੰਸਾਰ ਵਿੱਚ ਸੁਰਖਰੂ ਹੋ ਕੇ ਫਿਰਨ ਦੀ ਜਾਂਚ ਤੈਨੂੰ ਆ ਜਾਵੇਗੀ। ਮਨ ਕਾਹੇ ਭੂਲੇ ਮੂੜ ਮਨਾ, ਜਦ ਲੇਖਾਂ ਦੇਵੇ ਬੀਰਾ, ਤਿਉਂ ਪੜ੍ਹਿਆ ਰਹਾਉ। ਪੜ੍ਹੇ ਹੋਏ ਨੂੰ 35 ਦਾ ਪਹਿਲਾ ਅੱਖਰ ਪੜ੍ਹਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਹਿਲਾਂ ਇਸ ਸ੍ਰਿਸ਼ਟੀ ਬਾਰੇ ਜਾਣਨਾ ਜ਼ਰੂਰੀ ਹੈ, ਫਿਰ ਉਸ ਬਾਰੇ ਜਿਸ ਸਾਜੀ ਹੈ ਅਤੇ ਉਸ ਦਾ ਹੀ ਆਉਣਾ ਸਫਲ ਹੈ, ਜਿਨ੍ਹਾਂ ਦਾ ਮਨ ਪ੍ਰਭੂ ਤੋਂ ਕਿਸੇ ਪਾਸੇ ਨਹੀਂ ਭੱਜਿਆ। ਜ਼ਿੰਦਗੀ ਭਰ ਜੋ ਇੱਕ ਟਿਕ ਤੁਰੀ ਹੀ ਗਏ, ਮੰਜ਼ਿਲ ਨੂੰ ਉਹਨਾਂ ਨੇ ਹੀ ਪਾਇਆ। ਸੇਵਤ ਰਹੇ ਚਿੱਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਵਿਕਾਰ ਅਤੇ ਭਟਕਣਾ ਉਸੇ ਵੇਲੇ ਪੈਦਾ ਹੁੰਦੀ ਹੈ ਜਦ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਉਸ ਤੋਂ ਬਗੈਰ ਵੀ ਹੋਰ ਕੋਈ ਰਿਜ਼ਕ ਦੇਣ ਵਾਲਾ ਹੈ। ਜੇ ਕੋਈ ਇਹ ਜਾਣ ਲਵੇ ਕਿ ਰਿਜ਼ਕ ਦਾਤਾ ਕੇਵਲ ਉਹ ਹੀ ਹੈ, ਉਸ ਨੂੰ ਵਿਕਾਰ ਹੋ ਨਹੀਂ ਸਕਦੇ। ਤਿਸ ਸਿਰ ਲੇਖ ਨਾ ਹੋਈ, ਗੁਰੂ ਨਾਨਕ ਜੀ ਦਾ ਫਰਮਾਨ ਸੀ। ਸਾਰੀ ਉਮਰ ਢੰਡਾਊ
ਰਹਿਣਾ ਹੀ ਅਸਲ ਪੜ੍ਹਾਈ ਹੈ। ਉੜੇ ਉਪਮਾ ਤਾਂ ਕੀ ਕੀਜੈ, ਜਾ ਕਾ ਅੰਤ ਨਾ ਪਾਇਆ। ਜਿਸ ਨੇ ਉਸ ਦੇ ਬੇਅੰਤ ਹੋਣ ਨੂੰ ਜਾਣ ਲਿਆ ਹੈ। ਮੈਂ ਨਹੀਂ ਕਰਦਾ, ਸਗੋਂ ਤੂੰ ਕਰਦਾ ਹੈ। ਐਸਾ ਪੜ੍ਹਿਆ ਹੋਇਆ ਸਵਾਰਥੀ ਜੀਵਨ ਮੁਕਾ ਲੈਂਦਾ ਹੈ। ਸਾਰੀ ਵਿਦਿਆ ਪ੍ਰਣਾਲੀ ਦਾ ਦੋਸ਼ ਇਹ ਹੀ ਹੈ ਕਿ ਪੜ੍ਹਿਆ ਹੋਇਆ ਮਾਇਆ ਦੇ ਪਿੱਛੇ ਭਟਕਦਾ ਹੈ ਅਤੇ ਜਦ ਨਹੀਂ ਮਿਲਦੀ ਤਾਂ ਵਿਸ਼ਵਾਸ ਛੱਡ ਬਹਿੰਦਾ ਹੈ। ਵਿਦਵਾਨ ਉਸੇ ਨੂੰ ਸਮਝਣਾ ਚਾਹੀਦਾ ਹੈ ਜੋ ਦੁੱਖ ਸੁੱਖ ਨੂੰ ਇੱਕ ਕਰ ਜਾਣੇ ਅਤੇ ਜ਼ਿੰਦਗੀ ਸੇਵਕ ਵਾਲੀ ਬਣਾਏ ਅਤੇ ਸੇਵਕਾਂ ਵਾਲੀ ਹੀ ਕਰੜੀ ਘਾਲ ਘਾਲੇ। ਸੇਵਾ ਹੀ ਨਿਮਰਤਾ ਪੈਦਾ ਕਰਦੀ ਹੈ, ਪਰ ਸੇਵਾ ਤਾਂ ਇੱਕ ਪਾਸੇ ਰਹੀ। ਪੜ੍ਹਿਆ ਲਿਖਿਆ ਨਿਮਰਤਾ ਹੀ ਗੁਆ ਲੈਂਦਾ ਹੈ। ਨਿਮਰਤਾ ਨਾ ਹੋਣ ਕਾਰਨ ਫਿਰ ਕੌੜਾ ਬੋਲਦਾ ਹੈ ਅਤੇ ਦੂਜਿਆਂ ਦੇ ਔਗੁਣ ਛਾਂਟਦਾ ਹੈ। ਗੁਰੂ ਜੀ ਦੀ ਪੱਟੀ ਲਿਖੀ ਦੀਆਂ ਇਹ ਤੁਕਾਂ ਤਾਂ ਹਰ ਸਕੂਲ ਅਤੇ ਕਾਲਜ ਦੇ ਬਾਹਰ ਲਿਖ ਕੇ ਲਟਕਾ ਦੇਣੀਆਂ ਚਾਹੀਦੀਆਂ ਹਨ ਅਤੇ ਪੂਰਨ ਕੋਸ਼ਿਸ਼ ਕਰਕੇ ਵਿਦਿਆਰਥੀਆਂ ਦੇ ਹਿਰਦੇ ਤੇ ਉਕਰ ਦੇਣੀਆਂ ਚਾਹੀਦੀਆਂ ਹਨ। ਦਦੇ ਦੇਸ ਨਾ ਦਊ ਕਿਸੇ, ਦੋਸ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਨਾਨਕ ਪਾਠਸ਼ਾਲਾ ਵਿੱਚ ਬਾਲਕਾਂ ਨਾਲ ਪਰਮੇਸ਼ਰ ਕੀ ਹੀ ਬਾਤ ਕਰੇ। ਤਾਰੀਖ-ਏ-ਪੰਜਾਬ ਵਿੱਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਨੂੰ ਵਿਦਿਆ ਪ੍ਰਣਾਲੀ ਲਈ ਇੱਕ ਉਸਤਾਦ ਪਾਸ ਬਿਠਾਇਆ ਗਿਆ ਤਾਂ ਉਸਤਾਦ ਬਾਬਾ ਜੀ ਦੇ ਬਚਨ ਕਾਮਲ ਸੰਕੇਤ ਸੁਣ ਕੇ ਹੈਰਾਨ ਰਹਿ ਗਿਆ। ਉਸ ਨੂੰ ਯਕੀਨ ਹੋ ਗਿਆ ਕਿ ਬਾਲਕ ਜਮਾਂਦਰੂ ਹੀ ਵਲੀ ਹੈ। ਜਦ ਗੁਰੂ ਜੀ ਨੂੰ ਮੁੱਲਾਂ ਪਾਸ ਬੁੱਧਵਾਰ ਪੜ੍ਹਨੇ ਪਾਇਆ ਗਿਆ ਤਾਂ ਇੱਕੋ ਵਾਰੀ ਅਰਬੀ ਦੀ ਵਰਣਮਾਲਾ ਉਹਨਾਂ ਪੜ੍ਹ ਲਈ। ਮੁੱਲਾਂ ਨੇ ਚਮਤਕਾਰ ਦੇਖ ਰਿਹਾ। ਸੁਭਾਨ ਅੱਲਾ ਰੱਬੁ ਉਲ ਆਲਮੀਨ। ਇਸਦੇ ਤਾਈਂ ਵੱਡੀ ਇਨਾਇਤ ਰੱਬੁ ਉਲ ਆਲਮੀਨ ਦੀ ਹੈ। ਨਾਨਕ ਜੀ ਦੇ ਤਾਈਂ ਇਸ ਜਹਾਨ ਵਿੱਚ ਇਉਂ ਕੋਈ ਨਹੀਂ ਪੜ੍ਹਾ ਸਕਦਾ। ਇਹ ਕੋਈ ਵਲੀ ਹੈ ਜੋ ਪੜ੍ਹਦਿਆਂ ਸਾਰ ਯਾਦ ਕਰ ਲੈਂਦਾ ਹੈ। ਭਾਈ ਮਣੀ ਜੀ ਲਿਖਦੇ ਹਨ ਕਿ ਮਾਤਾ ਪਿਤਾ ਪਹਿਲੇ ਦਿਨ ਸ਼ੱਕਰ ਦਾ ਭਰਿਆ ਥਾਲ ਤੇ ਉੱਤੇ 5 ਰੁਪਏ ਰੱਖ ਕੇ ਪਾਂਧੇ ਪਾਸ ਜਦ ਪੜ੍ਹਾਉਣ ਲਈ ਲਿਆਏ ਤਾਂ ਅੱਗੇ ਰੱਖਣ ਵੇਲੇ ਸ਼ੱਕਰ ਦਾ ਥਾਲ ਡੁੱਲ ਗਿਆ ਤਾਂ ਬਾਕੀ ਸਭ ਵਿਦਿਆਰਥੀਆਂ ਸ਼ੱਕਰ ਚੁੱਕ ਚੱਟਣ ਲੱਗੇ ਅਤੇ ਪਾਂਧੇ ਨੇ ਕਿਹਾ ਕਿ ਇਸ ਦੀ ਭਗਤੀ ਤੇ ਸਾਰਾ ਜੱਗ ਵਰਸਾਵੇਗਾ। ਪਾਂਧੇ ਦਾ ਨਾਂ ਕੁਤਬਦੀਨ ਲਿਖਿਆ ਮਿਲਦਾ ਹੈ। ਮਹਿਮਾ ਪ੍ਰਕਾਸ਼ ਅਨੁਸਾਰ ਜਦ ਪੱਟੀ ਤੇ ਅਲਫ ਬੇ ਪਾਇਆ ਗਿਆ ਤਾਂ ਆਪ ਜੀ ਨੇ ਕਿਹਾ, ਅਲਫ ਬੇ ਤੁਮ ਹਮ ਲਿਖ ਦੀਨਾ, ਮਾਇਨੇ ਅਲਫ ਨਹੀਂ ਤੁਮ ਚੀਨਾ। ਸਮਝ ਅਲਫ ਇਲ ਮਹਿ ਬਜਾਵੇ, ਹੋਏ ਨਜਾਤ ਦੋਜਖ ਨਹੀਂ ਜਾਵੇ। ਜੇ ਕੋਈ ਉਹਨਾਂ ਪਾਸ ਹਿੰਦੂ ਆਏ ਤਾਂ ਹਿੰਦਵੀ ਵਿੱਚ ਉਸ ਦੀ ਤਸੱਲੀ ਕਰਵਾਉਣ ਅਤੇ ਜੇ ਮੁਸਲਮਾਨ ਆਏ ਤਾਂ ਅਰਬੀ ਵਿੱਚ। ਕਨਿੰਗਮ ਵੀ ਲਿਖਦਾ ਹੈ ਕਿ ਮੀਰ ਸੱਯਦ ਹਸਨ ਜੋ ਉਸ ਦੇਸ਼ ਦਾ ਔਲੀਆ ਕਰਾਮਾਤੀ ਬੇਲਾਗ ਪੀਰ ਮੰਨਿਆ ਜਾਂਦਾ ਸੀ, ਮਹਿਤਾ ਕਾਲੂ ਦੇ ਘਰ ਪਾਸ ਹੀ ਰਹਿੰਦਾ ਸੀ। ਉਹ ਵੀ ਬਾਬੇ ਕੋਲੋਂ ਸ਼ੀਹਰਫੀ ਸੁਣ ਕੇ ਹੱਕਾ ਬੱਕਾ ਰਹਿ ਗਿਆ। ਉਸ ਦਿਨ ਤੋਂ ਬਾਬਾ ਜੀ ਨਾਲ ਬਹੁਤ ਪਿਆਰ ਅਤੇ ਪੱਖ ਰੱਖਣ ਲੱਗ ਗਿਆ। ਇਹ ਸਭ ਕੁਝ ਦੇਖ ਕੇ ਪੰਡਿਤ ਬ੍ਰਿਜਨਾਥ ਨੇ ਕਿਹਾ ਕਿ ਸ਼ਾਇਦ ਹੋਰਨਾਂ ਵਿਦਿਆ ਨੂੰ ਕੱਚੀਆਂ ਜਾਣਦਾ ਹੋਵੇ ਅਤੇ ਨਿਰੋਲ ਸੰਸਕ੍ਰਿਤ ਪੜ੍ਹਾਈ ਚੰਗੀ ਸਮਝਦਾ ਹੋਵੇ। ਬ੍ਰਿਜਨਾਥ ਕੋਲ ਪੁੱਜਦੇ ਸਾਰ ਇਹ ਵਚਨ ਕੀਤੇ ਕਿ ਬ੍ਰਿਜਨਾਥ ਤਾਂ ਕ੍ਰਿਸ਼ਨ ਦਾ ਨਾਂ ਹੈ, ਤੁਸਾਂ ਕਿਉਂ ਰੱਖਿਆ? ਬ੍ਰਿਜਨਾਥ ਅਵਾਕ ਹੋ ਗਿਆ। ਉਸ ਨੂੰ ਕਹਿਣਾ ਪਿਆ ਕਿ ਨਾਨਕ ਸਭ ਆਤਮਕ ਗਿਆਨ ਦਾ ਸੋਮਾ ਹੈ। ਉਸ ਵਿੱਚ ਫਿਰ ਜਦ ਅਰਥ ਸਮਝਾਉਣ ਲਈ ਕਿਹਾ ਗਿਆ ਤਾਂ ਬ੍ਰਿਜਨਾਥ ਜੀ ਨੇ ਕਿਹਾ ਕਿ ਅਰਥ ਅਜੇ ਤੁਹਾਡੇ ਵੱਸ ਵਿੱਚ ਦੀ ਗੱਲ ਨਹੀਂ। ਬਾਬੇ ਨਾਨਕ ਨੇ ਫਿਰ ਕਿਹਾ, ਅਰਥ ਬਿਨਾਂ ਪੜ੍ਹਨਾ ਹਨੇਰੇ ਵਿੱਚ ਹੱਥ ਮਾਰਨਾ ਹੈ। ਓਂਕਾਰ ਬ੍ਰਹਮਾ ਉਤਪਤੀ ਦੀ ਵਿਚਾਰ ਉਸ ਨਾਲ ਕੀਤੀ। ਪੰਡਿਤ ਜੀ ਨੂੰ ਮੰਨਣਾ ਪਿਆ ਕਿ ਉਸ ਪਾਸ ਸਿਖਾਉਣ ਲਈ ਕੁਝ ਵੀ ਨਹੀਂ ਰਿਹਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵਿਦਿਆ ਨੂੰ ਵੀ ਸਾਧਨ ਹੀ ਕਿਹਾ। ਭੀਤਰ ਵਸਤੂ ਪ੍ਰਗਟ ਕਰਨੀ ਹੀ ਅਸਲ ਵਿਦਿਆ ਦਾ ਮਨੋਰਥ ਹੈ। ਆਸਾ ਰਾਗ ਦੇ ਇੱਕ ਸ਼ਬਦ ਵਿੱਚ ਵਿਆਖਿਆ ਕਰਦੇ ਫਰਮਾਇਆ ਕਿ ਮਨ ਲਗੇ ਤਾਂ ਹੀ ਘੁੰਗਰੂ ਵੱਜਿਆ ਜਾਣੋ।
ਆਸ ਨਿਰਾਸੀ ਹੈ ਤਾਂ ਹੀ ਸੰਨਿਆਸੀ ਸਮਝੋ। ਜੇ ਪੰਜਾਂ ਕਮਾਇਕ ਨੂੰ ਵਸ ਕਰ ਲਿਆ ਹੈ ਤਾਂ ਹੀ ਤੀਰਥ ਇਸ਼ਨਾਨੀ ਆਖੋ। ਜੇ ਦਇਆ ਹੈ ਦੇਹੀ ਨੂੰ ਕਾਬੂ ਰੱਖਿਆ ਹੈ ਤਾਂ ਹੀ ਦਿਗੰਬਰ ਭੰਖੋ। ਆਪੇ ਤੇ ਕਾਬੂ ਪਾਉਣ ਵਾਲਾ ਕਦੇ ਕਿਸੇ ਤੇ ਹੱਥ ਨਹੀਂ ਉਠਾਉਂਦਾ ਅਤੇ ਉਹ ਹੀ ਹੈ ਵਿਦਿਆ ਵਿਚਾਰੀ ਵਿਦਵਾਨ ਜੋ ਪਰਉਪਕਾਰੀ ਹੈ। ਵਿਦਿਆ ਪਰਉਪਕਾਰ ਲਈ ਸਾਧਨ ਬਣੇ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥਵਾਸੀ। ਘੁੰਗਰੂ ਵਾਜੇ ਜੇ ਮਨ ਲਾਗੇ ਤਉ ਜਮ ਕਹਾਂ ਕਰੇ ਜੋ ਸਿਉ ਆਗੇ। ਆਸ ਨਿਰਾਸੀ ਤਉ ਸੰਨਿਆਸੀ ਜਾਂ ਜਿਤ ਜੋਗੀ ਤਾਂ ਕਾਇਆ ਭੋਗੀ। ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਵਰਾ ਨਹਿ ਮਾਰੀ। ਆਪ ਜੀ ਨੇ ਆਪਣਾ ਵਿਦਿਅਕ ਨਜ਼ਰੀਆ ਦਿੰਦਿਆਂ ਗਿਆਨ ਦੀ ਸਾਣ ਤੇ ਵਿਦਿਆ ਦੀ ਧਾਰ ਤਿੱਖੀ ਕਰੀ ਜਾਣੀ ਹੈ, ਪਰ ਨਾਲ ਭਗਤੀ ਦੀ ਮੁੱਠ ਜ਼ਰੂਰੀ ਹੋਵੇ। ਕਲਮ ਦੀ ਕੁਵਰਤੋਂ ਵੀ ਉਤਨੀ ਹੀ ਮਾੜੀ ਹੈ ਜਿਤਨੀ ਤਲਵਾਰ ਦੀ। ਜਣੂ ਜਦੋਂ 9 ਵਰ੍ਹਿਆਂ ਦੇ ਹੋਏ ਤਾਂ ਜੰਮੂ ਪਾਉਣ ਦੀ ਰਸਮ ਦਾ ਵੇਲਾ ਆਇਆ। ਜੁੜੀ ਬਰਾਦਰੀ ਦੇ ਸਾਹਮਣੇ ਆਪ ਨੇ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ। ਆਪ ਜੀ ਨੇ 4 ਭਾਵਪੂਰਤ ਸਵਾਲ ਪੰਡਿਤ ਜੀ ਤੋਂ ਕੀਤੇ। ਸਵਾਲ ਸਨ, ਕਿਉਂ ਇਹ ਜੰਝੂ ਪਵਾ ਰਹੇ ਹੋ? ਕੀ ਵਾਧਾ ਹੋਵੇਗਾ ਪਾਉਣ ਨਾਲ? ਕਿਸ ਪਦਵੀ ਨੂੰ ਇਹ ਪਹੁੰਚਾਵੇਗਾ ਅਤੇ ਕੀ ਘਟ ਜਾਵੇਗਾ ਇਸ ਦੇ ਨਾ ਪਹਿਨਣ ਨਾਲ? ਉੱਤਰ ਵਜੋਂ ਪੰਡਿਤ ਨੇ ਕਿਹਾ, ਨਾ ਪਾਈਏ ਤਾਂ ਬ੍ਰਾਹਮਣ ਅਤੇ ਖੱਤਰੀ ਦਾ ਧਰਮ ਨਹੀਂ ਰਹਿੰਦਾ। ਮਹਾਰਾਜ ਨੇ ਮੋੜਵੀਂ ਪਰ ਲੱਗਦੀ ਗੱਲ ਕਹੀ, ਤੁਸੀਂ ਦੱਸੋ ਪੰਡਿਤ ਜੀ, ਕਿਹੜਾ ਕੁਕਰਮ ਨਹੀਂ ਜੋ ਬ੍ਰਾਹਮਣ ਅਤੇ ਖੱਤਰੀ ਧਨ ਦੇ ਲਾਲਚ ਹਿੱਤ ਨਹੀਂ ਕਰ ਰਿਹਾ। ਚੁਗਲਖੋਰ ਹੋ ਕੇ ਖੱਤਰੀਆਂ ਨੇ ਗੁਲਾਮੀ ਦੀ ਜੰਜੀਰ ਸਭ ਨੂੰ ਪਵਾ ਦਿੱਤੀ ਹੈ। ਪਾਏ ਸੂਤਗਰ ਕਤਕ ਕੁਕਰਮਾਂ, ਧਨ ਹਿਤ ਹਿੰਸਾ ਤੋਹੇ ਅਧਰਮਾਂ। ਅੰਤ ਪਰਿਅੰਤ ਦੁਸ਼ਟਤਾ ਧਾਰੇ, ਪਿਸਨੇਤਾ ਚਿੱਤ ਹਿਤਕਾਰੇ। ਸਦੀਆਂ ਤੋਂ ਬਣੇ ਬ੍ਰਾਹਮਣ ਦੇ ਭੱਤ ਦੇ ਤੋੜਨ ਦਾ ਪਹਿਲਾ ਸਫਲ ਯਤਨ ਸੀ। ਧਰਮ ਦੇ ਰਾਖਿਆਂ ਵੱਲੋਂ ਹੁੰਦੇ ਜ਼ਬਰ ਤੇ ਇਹ ਕਰਾਰੀ ਸੱਟ ਸੀ ਜੋ ਬਾਬੇ ਨੇ ਮਾਰੀ। ਬ੍ਰਾਹਮਣ ਦਾ ਜੰਝੂ ਤੀਹਰੇ ਧਾਗੇ ਦਾ ਸੀ, ਖੱਤਰੀ ਲਈ ਦੂਹਰੇ ਅਤੇ ਵੈਸ਼ ਲਈ ਇਕਹਿਰੇ ਧਾਗੇ ਦਾ ਸੀ, ਪਰ ਸ਼ੂਦਰ ਨੂੰ ਇਸ ਦੇ ਪਾਉਣ ਦਾ ਅਧਿਕਾਰ ਨਹੀਂ ਸੀ। ਫਿਰ ਬ੍ਰਾਹਮਣ ਬਸੰਤ ਰੁੱਤੇ, ਖੱਤਰੀ ਗਰਮੀ ਦੀ ਅਤੇ ਵੈਸ਼ ਪਤਝੜ ਵਿੱਚ ਪਹਿਨਦਾ ਸੀ। ਬ੍ਰਾਹਮਣ ਜ਼ਬਰ ਨਾਲ ਮੂੰਹ ਮੰਗੀ ਦਕਸ਼ਨਾ ਅਤੇ ਖਾਣਾ ਮੰਗਦੇ ਸਨ। ਜਿਸ ਵਿਚਾਰੇ ਕਿਰਤੀ ਕੋਲ ਡੰਗ ਦੀ ਰੋਟੀ ਵੀ ਨਹੀਂ ਸੀ, ਉਸ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਉਹ ਜਸ਼ਨ ਕਰਾਏ, ਕਹੋਂ ਬੱਕਰਾ ਰਿੰਨ ਖੁਆਏ। ਧਰਮ ਦੇ ਸਹਾਰੇ ਐਸੇ ਕੁਕਰਮ ਕਰਨ ਵਾਲੇ ਬ੍ਰਾਹਮਣ ਨੂੰ ਕੁਰੀਤੀਆਂ ਤੋਂ ਰੋਕਣਾ ਇੱਕ ਇਨਕਲਾਬ ਹੀ ਸੀ। ਪਿੱਛੋਂ ਜਾ ਕੇ ਜਦ ਔਰੰਗਜ਼ੇਬ ਨੇ ਜਬਰੀ ਜੰਝੂ ਉਤਾਰਨਾ ਚਾਹਿਆ ਤਾਂ 9ਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਹੀ ਕੁਰਬਾਨ ਕਰ ਦਿੱਤਾ। ਇਤਿਹਾਸ ਦਾ ਵਿਦਿਆਰਥੀ ਤਾਂ ਹੈਰਾਨ ਹੁੰਦਾ ਹੈ ਕਿ 9 ਸਾਲ ਦੇ ਗੁਰੂ ਨਾਨਕ ਕਹਿੰਦੇ ਹਨ ਕਿ ਮੈਂ ਜੰਝੂ ਨਹੀਂ ਪਾਉਣਾ। 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਕਿ ਮੈਂ ਜੰਝੂ ਉਤਰਨ ਨਹੀਂ ਦੇਣਾ। ਗੁਰੂ ਨਾਨਕ ਦੇਵ ਜੀ ਦੇ ਪਿਤਾ ਕਹਿੰਦੇ ਹਨ ਬੱਚਾ ਪਾ ਲੈ। ਉਧਰ ਗੁਰੂ ਗੋਬਿੰਦ ਸਿੰਘ ਦੇ ਪਿਤਾ ਨੂੰ ਕਹਿੰਦੇ ਹਨ ਕਿ ਜੰਝੂ ਦੀ ਰੱਖਿਆ ਕਰੋ। ਲੜਾਈ ਨਾ ਪਾਉਣ ਦੀ ਹੈ, ਨਾ ਹੀ ਉਤਾਰਨ ਦੀ। ਲੜਾਈ ਵਿਤਕਰੇ ਵਿਰੁੱਧ, ਜਬਰ ਵਿਰੁੱਧ ਹੈ। ਇਹ ਕੋਈ ਦੋਹਾਂ ਕਰਮਾਂ ਦੀ ਆਪਸੀ ਵਿਰੋਧਤਾ ਨਹੀਂ। ਜਿਸ ਨੇ ਤਲਵੰਡੀ ਦੀ ਆਵਾਜ਼ ਨੂੰ ਸੁਣਿਆ ਹੈ ਉਸ ਨੂੰ ਇਹ ਵਿਰੋਧਤਾ ਨਹੀਂ ਜਾਪੇਗੀ। ਗੁਰੂ ਨਾਨਕ ਦਾ ਮਤ ਸੀ, ਨਾ ਮੈਂ ਜਬਰ ਨਾਲ ਜੰਝੂ ਪਹਿਨਣ ਦੇਣੇ ਹਨ ਅਤੇ ਨਾ ਹੀ ਜਬਰਨ ਨਾਲ ਉਤਾਰਨ ਦੇਣੇ ਹਨ। ਗੁਰੂ ਘਰ ਜਬਰ ਵਿਰੁੱਧ ਇੱਕ ਤਕੜੀ ਆਵਾਜ਼ ਸੀ। ਮਹਿਮਾ ਪ੍ਰਕਾਸ਼ ਅਨੁਸਾਰ ਪੰਡਿਤ ਹਰਦਿਆਲ ਜਦ ਜੰਝੂ ਪਾਉਣ ਲਈ ਅੱਗੇ ਵਧਿਆ ਤਾਂ ਆਪ ਹੱਸ ਕੇ ਬੋਲੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟੂ ਦਾ ਸਲੋਕ ਉਚਾਰਿਆ।
मेहरबान दी जन्म साखी अनुसार पंडित कोलों पूछया गया कि पंडित खत्री का धर्म जनेऊ स्यों रहता है कि धर्म कर्म कर रहता है। वह अवाक हो गया, उसके रोंगटे खड़े हो गए अते बेनती की कि ऐसा कोई जंजू है तां आप कृपा करके दसो। गुरु जी ने दया कपाह वाला श्लोक उचारिया, सुन हर दयाल सो आस उपदेश, हृदय धार लिख लिख जग तेस। जद पहिलां आपां जी नूं एक मूर्ति अगे मत्था टेकण लई कहा तां गुरु जी ने कहा कि इस पत्थर अगे सिर क्यों झुकावां। पंडित ने कहा विष्णु का साकार रूप है। गुरु जी ने कहा पत्थर किवें प्रभु का साकार रूप है। पंडित का अगों कहना सी कि साकार रूप बगैर पूजा हो ही नहीं सकती। गुरु जी ने फरमाया सारी मानव सृष्टि उस परमात्मा का साकार रूप है। छेड़ू जद 10 वरियां दे सन अते मੱਝੀਆਂ ਨੂੰ ਲੈ ਕੇ खेतां विच छेड़न भी जाते सन। एक वारी मੱਝੀਆਂ जद लामे दे खेत नूं चर गईयां तां शिकायतां भी होईयां, पर जद जाके देखिया तां सब कुछ हरिया सी। राय बुलार ने जट कोलों सारा हाल पुछया तां उस कहा राय जी उजाड़ा तां उजाड़े नाल है, पर नानक कालू दा पुत्तर अजमित वाला डिठा वड्डियां खुदाए दियां सिफतां करदा है, ऐसियां नसीहतां दिंदा है कि सुनिया तब किसी की नहीं रहिंदी। गुरु नानक जी ने कहा भाई वे तेरा किछ नहीं उजड़िया, क्या होया कि किसे मही मूँह मारिया। खुदाए इसे विच बरकत पाव सी। उस समय राय बुलार हाकम तलवंडी ने कहा अनायत खुदा दी है, क्या मुश्किल है खुदाए सरवर दे। क्या लगदा जां सवरिया भावें। उत्थे ही अज क्यारा साहिब गुरुद्वारा है। उन्हां दे 10वें वरे दे सरूप बारे जन्म साखी वाले लिखते हैं देह बालक सरूप मत अगा संपूर्ण मत जोत स्वरूप ब्रह्म सब लगे उस्तत करन। लोकी कहण परमेश्वर की जोत हूँ वाह वाह, देखिया तो जोत स्वरूप बोले तो ज्ञान रूप आश्चर्य बालक है। रजा जो कुछ तलवंडी विच होए आप जी मूहों भला होए ही कहिंदे। यह भला ही उन्हां दा परम तत्त है। जो करे जी तिसे रजाए उन्हां दी आसा दी वार है। हुक्म रजाई चलना उन्हां दी दृष्टि विच जपजी दी पहली पौड़ी है। जो कुछ करे सो भला कर मानिए हिकमत हुक्म चुकाया उन्हां दा शब्द है। हिकमत राही दुनिया हुज्जत करदी है हते हुक्म मनवा के आफरी आफरी फिरदी है। दोहां नूं मिटाउण नाल ही हिजर दी पीड़ मिट सकेगी। क्या भरम क्या माया कही है, जो तिस भावे सो ही भला, अते जो कुछ करना सो कर रहा दी पट्टी नानक शायर ने लिखी है। तेरी गत मित तू है जाने, क्या क्यों आख वखाने। उन्हां दी सिद्ध गोष्ठ दा अंतिम सिट्टा है। उन्हां दे उचारे तुखारी राग दे 12 माह जिस बारे मनौत है कि उन्हां तलवंडी नूं सामने रख के उचारिया दा प्रधान विशा भला ही है। जिंदगी दे 12 माह ओह ही सुख सहज सोहज स्वाद अते आनंद नाल गुजार सकेगा जो हर हाल भला आखेगा। जेठ दी गर्मी होवे गुरु नानक जी महा जेठ भला प्रीतम क्यों बिसरे ही आखणगे। असाड़ तप जाए तां भी उन्हां दे मुख तों असाड़ भला सूरज गगन तपे ही निकलेगा। रुत बदल जाए ओख तुखार हो जाए ओह मगर माह भला हर गुण अंक समावे अते माघ पुनीत ही कहणगे। फिर चेत बसंत आ जाए ओह मुबारकां जरूर लैण देणगे। पर शुकर वजों मुखों चेत बसंत भला भवर
ਸੁਹਾਵਣੇ ਹੀ ਫਰਮਾਉਣਗੇ। ਵਿਸਾਖੀ ਵਾਲੇ ਦਿਨ ਆਪਣੀ ਫਸਲ ਨੂੰ ਪੱਕੀ ਹੋਈ ਦੇਖ ਕੇ ਉਹ ਭੰਗੜੇ ਪਾ ਨੱਚ ਨਹੀਂ ਉੱਠਣਗੇ, ਸਗੋਂ ਉਸ ਸਮੇਂ ਦਇਆ ਅਤੇ ਸ਼ੁਕਰ ਦੇ ਘਰ ਜਾਣਗੇ ਅਤੇ ਵਿਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੇ ਹਰ ਦੁਆਰ ਆਵੇ ਦਇਆ ਕਰੇ ਦੀ ਹੀ ਧੁਨੀ ਲਗਾਉਣਗੇ। ਭਲਾ ਭਲਾ ਕਹਿਣ ਵਾਲਿਆਂ ਦੀ ਛਾਂ ਕਦੇ ਨਹੀਂ ਢਲਦੀ। ਕੌਤਕ 11 ਸਾਲਾਂ ਦੇ ਹੋਏ ਤਾਂ ਇੱਕ ਵਾਰੀ ਰੁੱਖ ਦੀ ਛਾਂ ਨਾ ਢਲੀ। ਛਾਂ ਨਾ ਢਲਦੀ ਵੇਖ ਕੇ ਰਾਏ ਬੁਲਾਰ ਨੇ ਕਿਹਾ ਸੀ, ਦੇਖ ਕੁਦਰਤ ਖੁਦਾਏ ਦੀ, ਇਸ ਬਾਲਕ ਉੱਪਰ ਛਾਂਵ ਟਿਕੀ ਖੜੀ ਹੈ, ਹੋਰਨਾਂ ਰੁੱਖਾਂ ਦੀ ਛਾਂਵ ਢਲ ਗਈ ਹੈ, ਅਰ ਜਿਸ ਪਾਸੇ ਪਿਆ ਹੈ ਉਹ ਬਾਲਕ ਉੱਥੇ ਹੀ ਪਿਆ ਹੈ। ਕਾਸਾ ਪੌਂਟਿਆ ਮੁਤਲਿਕ ਨਾਹੀ, ਵੱਡਾ ਹੈਰਾਨ ਹੋਇਆ ਹੈ, ਕੋਈ ਵਲੀ ਖੁਦਾਏ ਇਹ ਪੈਦਾ ਕੀਤਾ ਹੈ, ਇਹ ਸਿੱਧਾ ਮਨੁੱਖ ਨਹੀਂ। ਫਿਰ ਮਹਿਤਾ ਕਾਲੂ ਜੀ ਕੋਲ ਜਾ ਕੇ ਕਿਹਾ, ਹੇ ਭਾਈ ਕਾਲੂ, ਮਤ ਜਾਣੇ ਕਿ ਇਹ ਪੁੱਤਰ ਮੇਰਾ ਹੈ, ਪਾਲ ਪੋਸ ਵੱਡਾ ਕੀਆ ਹੈ, ਮਤ ਇਹ ਗੱਲਾਂ ਜਾਣਦਾ ਹੋਏ ਕਿ ਕੋਈ ਗੱਲ ਟਹਿਲ ਫਰਮਾਇਸ਼ ਕਰਦਾ ਹੋਵੇ, ਉਹ ਤੇਰਾ ਪੁੱਤਰ ਨਹੀਂ, ਵੱਡਾ ਬਜ਼ੁਰਗ ਹੈ, ਕੋਈ ਖੇਡ ਖੁਦਾਏ ਦਾ ਹੈ, ਪਰ ਅਜ਼ਮਤ ਸਾਥ ਭਰਿਆ ਹੈ, ਤੂੰ ਇਸ ਨੂੰ ਖਿਦਮਤ ਹੀ ਕਰਦਾ ਰਹਿ, ਜੇ ਕਿਤੇ ਮਰਾਤਬੇ ਪਹੁੰਚਿਆ ਲੋੜਦਾ ਚਾਹੇ, ਉਹ ਗਾਊਸ ਖੁਦਾਏ ਹੈ, ਚੇਤੇ ਰੱਖੀ। ਫਿਰ ਅਗਲੇ ਦਿਨ ਸੱਪ ਨੂੰ ਗੁਰੂ ਨਾਨਕ ਦੇਵ ਜੀ ਦੇ ਮੁਖੜੇ ਤੇ ਛਾਉਂ ਕਰਦੇ ਦੇਖਿਆ ਤਾਂ ਰਾਏ ਬੁਲਾਰ ਪੁਕਾਰ ਹੀ ਉੱਠਿਆ, ਯਾਰੋ ਕੱਲ੍ਹ ਵੀ ਡਿੱਠਾ ਸੀ, ਅੱਜ ਵੀ ਡਿੱਠਾ ਹੈ, ਸੱਦੋ ਮਹਿਤਾ ਕਾਲੂ ਨੂੰ, ਮਤੇ ਪੁੱਤਰ ਨੂੰ ਫਿੱਟੇ ਮੂੰਹ ਕਹਿੰਦਾ ਹੋਵੇ, ਇਸ ਦਾ ਸਦਕਾ ਤਾਂ ਮੇਰਾ ਸ਼ਹਿਰ ਵਸਦਾ ਹੈ। ਸ਼ਹਿਰ ਕੀ ਸੰਸਾਰ ਹੀ ਉਸੇ ਸਦਕਾ ਵਸਦਾ ਹੈ ਜਿਸ ਵਿੱਚ ਉਜੜਿਆ ਹਰਾ ਕਰਨ ਦੀ ਸ਼ਕਤੀ ਹੈ, ਜਿਸ ਨੂੰ ਹਰਖ ਸੋਗ ਧੁੱਪ ਛਾਂ ਇੱਕੋ ਜਿਹੀ ਲੱਗਦੀ ਹੈ, ਜਿਸ ਪਾਸ ਜ਼ਹਿਰ ਵੀ ਪੁੱਜ ਕੇ ਅੰਮ੍ਰਿਤ ਹੋ ਜਾਂਦਾ ਹੈ ਅਤੇ ਸਰਪ ਸਿਰ ਝੁਕਾ ਨਮਸਕਾਰਾਂ ਕਰਦਾ ਹੈ। ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਕਾਮਲ ਬਚਨ ਸਾਂਭਿਆ ਮਿਲਦਾ ਹੈ, ਇੱਥੇ ਇੱਕ ਦਾ ਸਦਕਾ ਸ਼ਹਿਰ ਵਸਦਾ ਹੈ, ਉੱਥੇ ਇੱਕ ਦਾ ਸਦਕਾ ਉਜੜਦਾ ਵੀ ਹੈ। ਸਾਖੀ ਇਸ ਤਰ੍ਹਾਂ ਹੈ, ਭਾਈ ਮਰਦਾਨਾ ਜੀ ਨੇ ਜਦ ਐਮਨਾਬਾਦ ਦਾ ਕਤਲਾਮ ਹੁੰਦਾ ਡਿੱਠਾ ਤਾਂ ਉਹਨਾਂ ਨੂੰ ਸ਼ੰਕਾ ਉਪਜਿਆ ਕਿ ਇੰਨੇ ਬਦੋਸ਼ੇ ਕਿਉਂ ਮਾਰੇ ਗਏ। ਗੁਰੂ ਨਾਨਕ ਦੇਵ ਜੀ ਨੇ ਉੱਤਰ ਦੇਣ ਦੀ ਥਾਂ ਕਿਹਾ ਕਿ ਉਹ ਸਾਹਮਣੇ ਵਾਲੇ ਰੁੱਖ ਦੇ ਥੱਲੇ ਜਾ ਬੈਠੇ। ਉਹ ਅਜੇ ਬੈਠਾ ਹੀ ਸੀ ਕਿ ਅੱਖ ਲੱਗ ਗਈ, ਕੀੜੀਆਂ ਦੇ ਭੌਣ ਵਿੱਚੋਂ ਇੱਕ ਨੇ ਸੁੱਤੇ ਹੋਏ ਮਰਦਾਨੇ ਨੂੰ ਡੰਗ ਮਾਰਿਆ। ਮਰਦਾਨਾ ਜੀ ਨੇ ਸਾਰੀਆਂ ਨੂੰ ਇੱਕੋ ਹੀ ਝਟਕੇ ਨਾਲ ਮਸਲ ਦਿੱਤਾ ਤਾਂ ਬਾਬੇ ਕਿਹਾ, ਮਰਦਾਨਿਆ ਇਹ ਕੀ? ਮਹਾਰਾਜ ਇੱਕ ਨੇ ਮੈਨੂੰ ਡੰਗ ਮਾਰਿਆ। ਮਰਦਾਨੇ ਦਾ ਉੱਤਰ ਸੀ, ਮਰਦਾਨਿਆ ਉਸ ਇੱਕ ਨੂੰ ਮਾਰਨਾ ਸੀ ਜਿਸ ਨੇ ਤੈਨੂੰ ਕੱਟਿਆ, ਬਦੋਸ਼ੀਆਂ ਨੂੰ ਕਿਉਂ ਮਾਰਿਆ? ਮਹਾਰਾਜ ਦਾ ਤਰਕ ਸੀ। ਮਰਦਾਨੇ ਨੇ ਹੱਥ ਜੋੜ ਕਿਹਾ, ਮਹਾਰਾਜ ਪਿੱਛੇ ਜਿਉਂ ਮਾੜੇ ਦੇ ਲੱਗੇ ਸਨ, ਮਰਨਾ ਹੀ ਸੀ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਇਵੇਂ ਹੀ ਮਰਦੀ ਆਈ ਲੁਕਾਈ ਮਰਦਾਨਿਆ ਇਕਸ ਕਾ ਸਦਕਾ। ਕੈਸੀ ਕੌੜੀ ਸੱਚਾਈ ਆਖੀ ਬਾਬੇ ਨੇ ਕਿ ਇਕਸ ਕਾ ਸਦਕਾ ਮਰਦੀ ਆਈ ਦੁਨੀਆ। ਜੇ ਘਰ ਦਾ ਬਾਪੂ ਸਿਰ ਫਿਰਿਆ ਹੈ ਤਾਂ ਘਰ ਤਬਾਹ, ਜੇ ਕਾਰਪੋਰੇਸ਼ਨ ਦਾ ਮੇਅਰ ਅਕਲੋਂ ਕੋਰਾ ਹੈ ਤਾਂ ਸ਼ਹਿਰ ਬਰਬਾਦ, ਅਤੇ ਜੇ ਪ੍ਰਦੇਸ਼ ਦਾ ਮੁਖੀ ਵਿਭਚਾਰੀ ਹੈ ਤਾਂ ਪ੍ਰਦੇਸ਼ ਦਾ ਰੱਬ ਰਾਖਾ, ਅਤੇ ਜੇ ਕੌਮ ਦੇ ਆਗੂ ਦਾ ਉੱਪਰਲਾ ਚੁਬਾਰਾ ਖਾਲੀ ਹੈ ਤਾਂ ਕੌਮ ਵਾਸਤੇ ਧੱਕੇ ਧੌੜੇ ਅਤੇ ਲਾਹਨਤਾਂ ਹੀ ਹਨ। ਖੁਸ਼ਵਕਤ ਰਾਏ ਨੇ ਤਵਾਰੀਖ ਇਹ ਸਿੱਖਾਂ ਵਿੱਚ ਖੇਤ ਹਰਿਆ ਕੀਤਾ, ਛਾਂ ਉਂਝ ਦੀ ਤਿਉਂ। ਬਾਬੇ ਦੇ ਸਿਰ ਮੌਜੂਦ ਅਤੇ ਫਨੀਅਰ ਸੱਪ ਨੇ ਆਪਣੀ ਛਜਲੀ ਨਾਲ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਿਰ ਤੇ ਛਾਂ ਕੀਤੀ ਦਾ ਵਰਣਨ ਕਰਨ ਪਿੱਛੋਂ ਲਿਖਿਆ ਹੈ ਕਿ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਨਿਰਾ ਪੁੱਤਰ ਹੀ ਨਾ ਜਾਣੇ, ਉਹ ਤਾਂ ਰੱਬੀ ਦਰਗਾਹ ਵਿੱਚ ਸਨਮਾਨਿਆ ਹੋਇਆ ਕੋਈ ਵਲੀ ਹੈ। ਕੀਰਤਨ ਦੀ ਉਤਪੱਤੀ। ਗੁਰੂ ਨਾਨਕ ਦੇਵ ਜੀ ਸਦਾ ਸਮਝਾਉਂਦੇ, ਨਾਨਕ ਹਉਮੈ ਰੋਗ ਬੁਰੇ, ਹਉਮੈ ਵੀ ਸੂਖਮ ਹੈ ਅਤੇ ਸ਼ਬਦ ਵੀ ਸੂਖਮ, ਪਰ ਸ਼ਬਦ ਨਾਲ ਜੇ ਰਾਗ ਰਲਾ ਦਿੱਤਾ ਜਾਏ ਤਾਂ ਐਸਾ ਔਖਦ
ਤਿਆਰ ਹੋ ਜਾਂਦਾ ਹੈ ਜੋ ਕਰੜੀ ਤੋਂ ਕਰੜੀ ਹਿਉਮੇ ਨੂੰ ਜੜੋਂ ਉਜਾੜ ਸਕਦਾ ਹੈ। ਇਸ ਸੋਚ ਵਿੱਚ ਬਾਹਰ ਬ੍ਰਿਛਾਂ ਹੇਠਾਂ ਇੱਕ ਦਿਨ ਲੇਟੇ ਹੋਏ ਸਨ ਕਿ ਉਹਨਾਂ ਦੇ ਕੰਨਾਂ ਵਿੱਚ ਰਬਾਬ ਵਜਾਉਣ ਦੀ ਆਵਾਜ਼ ਆਈ। ਗੁਰੂ ਜੀ ਉੱਠ ਕੇ ਰਬਾਬ ਵਜਾਉਣ ਵਾਲੇ ਦੇ ਪਾਸ ਗਏ ਅਤੇ ਪੁੱਛਿਆ, ਭਾਈ ਤੇਰਾ ਨਾਉਂ ਕਿਆ ਹੈ? ਤਾਂ ਉਸਨੇ ਕਿਹਾ, ਮੇਰਾ ਨਾਉਂ ਦਾਨਾ, ਲੋਕ ਮਰਾਸੀ ਕਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਹ ਸੁਣ ਕੇ ਆਖਿਆ, ਤੂੰ ਰਬਾਬ ਭਲੀ ਵਜਾਉਂਦਾ ਹੈ ਅਤੇ ਤੈਨੂੰ ਰਾਗਾਂ ਦੀ ਭਲੀ ਸੋਝੀ ਹੈ, ਪਰ ਜੇ ਤੂੰ ਸਾਡੀ ਸੰਗਤ ਕਰੇ ਅਤੇ ਇਹ ਰਾਗ ਸ਼ਬਦ ਪਾਏ ਕੇ ਗਾਵੇਂ ਤਾਂ ਤੇਰਾ ਦੀਨ ਦੁਨੀ ਵਿੱਚ ਉਧਾਰ ਕਰੀਏ। ਦਾਨਾ ਨੇ ਕਿਹਾ, ਅਸੀਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ 4 ਪੈਸੇ ਲਿਆਉਂਦੇ ਹਾਂ। ਆਪਣੇ ਧੀਆਂ ਪੁੱਤਰਾਂ ਦਾ ਦੁਨੀਆ ਵਿੱਚ ਗੁਜਰਾਨ ਕਰਦੇ ਹਾਂ। ਅਸੀਂ ਜੇ ਤੇਰੇ ਨਾਲ ਲੱਗਾਂਗੇ ਤਾਂ ਕੁਟੰਬੀ ਹੈਨੀ, ਸੋ ਸਭ ਭੁੱਖ ਨਾਲ ਹੀ ਮਰ ਜਾਣਗੇ ਅਤੇ ਭੁੱਖਿਆਂ ਨਿਵਾਜ ਰੋਜ਼ਾ ਵੀ ਨਹੀਂ ਹੋਣਾ। ਦੀਨ ਅਤੇ ਦੁਨੀ ਵੀ ਸਾਡੇ ਐਵੇਂ ਹੀ ਜਾਣਗੇ ਅਤੇ ਤੁਸੀਂ ਉਧਾਰ ਕਿਸ ਤਰ੍ਹਾਂ ਕਰੋਗੇ? ਤਾਂ ਸਾਹਿਬ ਬਚਨ ਕੀਤਾ, ਦਾਨੀਆ ਤੂੰ ਦੀਵਾਨਾ ਹੋਇਆ ਹੈ। ਸਭ ਪ੍ਰਤੀਪਾਲਨ ਈਸ਼ਵਰ ਕਰਦਾ ਹੈ। ਨਿਮਾਜ਼ ਅਤੇ ਰੋਜ਼ਾ ਖੁਦਾ ਦੇ ਘਰੋਂ ਬਖਸ਼ਿਸ਼ ਹੈ। ਖੁਦਾ ਦਾ ਘਰ ਮਹਾਂਪੁਰਸ਼ਾਂ ਦਾ ਹਿਰਦਾ ਹੈ। ਜਦ ਲੇਖਾ ਹੋਵੇਗਾ ਤਾਂ ਕਿਸੇ ਨੇ ਹਾਮੀ ਨਹੀਂ ਭਰਨੀ। ਫਿਰ ਨਾਨਕ ਦੇਵ ਜੀ ਨੇ ਸਮਝਾਉਂਦੇ ਹੋਏ ਕਿਹਾ, ਦਾਨੀਆ ਜੇ ਹੁਣ ਵੀ ਮਰਦਾਨਾ ਹੋਵੇਂ, ਸ਼ਬਦ ਪਾਏ ਕੇ ਰਾਗ ਗਾਵੇਂ ਤਾਂ ਤੇਰਾ ਦੋਹਾਂ ਲੋਕਾਂ ਦਾ ਕਾਰਜ ਹੋਵੇਗਾ। ਦਾਨਾ ਮਰਦਾਨਾ ਬਣ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਹੋ ਉੱਠਿਆ। ਮੁਨਸ਼ੀ ਸੁਜਾਨ ਰਾਏ ਨੇ ਖੁਲਾਸਤ ਉਤ ਤਵਾਰੀਖ ਵਿੱਚ ਇਸੇ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦਾ ਵਿਸ਼ੇਸ਼ ਸਾਥੀ ਮਰਦਾਨਾ ਨਾਮ ਦਾ ਰਬਾਬੀ ਸੀ, ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੋਝ ਅਤੇ ਦਿਲ ਨੂੰ ਟੁੰਬਵੀਂ ਸੁਰ ਵਿੱਚ ਗਾਉਂਦਾ ਸੀ। ਤਲਵੰਡੀ ਵਿਖੇ ਕੀਰਤਨ ਦੀ ਉਤਪੱਤੀ ਹੋਈ। ਬਾਬੇ ਦੇ ਸ਼ਬਦ ਅਤੇ ਮਰਦਾਨੇ ਦੀ ਰਬਾਬ ਨੇ ਉਹ ਕਰਾਮਾਤ ਕੀਤੀ ਜਿਸ ਦਾ ਬਦਲ ਸੰਸਾਰ ਨੂੰ ਅਜੇ ਤੱਕ ਨਹੀਂ ਲੱਭਾ ਅਤੇ ਸ਼ਾਇਦ ਹੀ ਕਦੇ ਲੱਭੇ। ਭਾਈ ਮਰਦਾਨੇ ਪੁੱਛਿਆ ਵੀ, ਬਾਬਾ ਇਹ ਜੋ ਕਿਰਤ ਹਮ ਗਾਵਤੇ हैं ਇਹ ਹੀ ਸ਼ਬਦ ਹੈ, ਇਸੀ ਹੀ ਮਹਿ ਮੁਕਤ ਹੈ ਕਿ ਨਾ? ਉਹ ਸ਼ਬਦ ਕਿਛ ਅਵਰ ਤਾਂ ਨਹੀਂ? ਗੁਰੂ ਨਾਨਕ ਨੇ ਕਿਹਾ, ਇਹੀ ਕਿਰਤ ਸ਼ਬਦ ਹੈ कि गुरु कहता है, मन में सुरत कर समझे तिसी की मुक्ति होए, साईं किरत मुक्त है। यह किरत अर मुक्त इको है। पच्छम ने बाहरले रोगां दा इलाज तां लभ लिया पर अंदर दा नहीं लभ सकिया। तारीख ए पंजाब विच लिखिया मिलदा है कि मरदाने दी रबाब दी हर तार विचों निरंकार नानक बंदा तेरा है दी धुनी निकलदी रहिंदी सी। बाबा जी करतार करतार बोलते रहंदे सन। जिस दाना नूं पहिलां अपने बच्चिआं दे दाणे फक्के दा फिकर सी, ਉਹ ਹੀ ਹੁਣ ਸਿਰਫ ਸ਼ਬਦ ਕਿਰਤ ਅਤੇ ਨਾਮ ਦਾ ਹੀ ਢੰਡਾਊ ਹੋ ਗਿਆ। ਮੁਨਸ਼ੀ ਸੋਹਣ ਲਾਲ ਸੂਰੀ ਨੇ ਵੀ ਗਵਾਹੀ ਭਰੀ ਹੈ ਕਿ ਮਰਦਾਨੇ ਦੀ ਰਬਾਬ ਵਿੱਚੋਂ ਵਾਹਿਗੁਰੂ ਦੀ ਏਕਤਾ ਦੀ ਬਾਣੀ ਨਿਕਲਦੀ ਰਹਿੰਦੀ ਸੀ ਅਤੇ ਜਦ ਉਹ ਬਾਣੀ ਗਾਉਂਦਾ ਸੀ ਤਾਂ ਉਸਦਾ ਚਿਹਰਾ ਜਗਮਗਾ ਉੱਠਦਾ। ਜੋ ਆਗਿਆ ਗੁਰੂ ਨਾਨਕ ਦੇਵ ਜੀ ਨੇ ਕੀਤੀ, ਮਰਦਾਨਾ ਜੀ ਨੇ ਉਸੇ ਉੱਤੇ ਫੁੱਲ ਚੜ੍ਹਾਏ। ਜਦ ਬਟਾਲੇ ਤੋਂ ਮੁੜੇ ਤਾਂ ਵਿਆਹ ਦਾ ਜੋੜਾ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਦੇ ਦਿੱਤਾ ਤੇ ਕਿਹਾ, ਅੱਜ ਤੋਂ ਕਿਸੇ ਕੋਲੋਂ ਕੁਝ ਮੰਗਣਾ ਨਹੀਂ। ਦਾਤਾ ਅਕਾਲ ਪੁਰਖ ਹੈ, ਜਿਸ ਚੀਜ਼ ਦੀ ਲੋੜ ਹੋਈ ਮੈਨੂੰ ਦੱਸ। ਫਿਰ ਦੀਖਿਆ ਦਿੰਦੇ ਹੋਏ ਕਿਹਾ, ਮਰਦਾਨਿਆ 3 ਬਾਤਾਂ ਕਰੀ। ਇੱਕ, ਸਿਰ ਤੇ ਕੇਸ ਨਹੀਂ ਕਟਾਉਣੇ। ਦੂਜਾ, ਪਿਛਲ ਰਾਤ ਸਤਨਾਮ ਦਾ ਜਾਪ ਕਰੀ ਅਤੇ ਤੀਜੇ, ਸਾਧ ਸੰਤ ਆਵਦੇ ਜਾਵਦੇ ਦੀ ਟਹਿਲ ਕਰਨੀ। ਆਪਣੀ ਪਹਿਨੀ ਕਮੀਜ਼ ਵੀ ਮਰਦਾਨੇ ਨੂੰ ਦਿੱਤੀ। ਸਾਖੀ ਵੀ ਆਉਂਦੀ ਹੈ ਕਿ ਇੱਕ ਨਗਰ ਵਿੱਚ ਲੋਕਾਂ ਨੇ ਬਹੁਤ ਹੀ ਧਨ, ਵਸਤਰ ਅਤੇ ਅੰਨ ਗੁਰੂ ਨਾਨਕ ਜੀ ਨੂੰ ਭੇਂਟ ਕੀਤੇ। ਮਰਦਾਨਾ ਜੀ ਨੇ ਇਕੱਠੇ ਕੀਤੇ ਅਤੇ ਕਿਹਾ, ਲੋਕਾਂ ਜੋ ਚੜ੍ਹਾਏ ਸੋ ਆਣੇ ਹੈਣੀ, ਜਿਵੇਂ ਰਜਾਏ ਹੋਵੇ ਤਿਵੇਂ ਮੈਂ ਕਰੀ।
ਗੁਰੂ ਨਾਨਕ ਜੀ ਨੇ ਕਿਹਾ, ਮਰਦਾਨਿਆਂ, ਤੈਂ ਤਾਂ ਇਹ ਆਂਦੇ ਸੋ ਭਲਾ ਕੀਤਾ, ਪਰ ਇਹ ਸਾਡੇ ਕੰਮ ਨਹੀਂ ਪਏ ਭੱਟ, ਇਹ ਸੱਟ ਘਤ ਥਾਉ। ਮਰਦਾਨਾ ਜੀ ਨੇ ਸਭ ਪਦਾਰਥ ਉੱਥੇ ਹੀ ਸੁੱਟ ਦਿੱਤੇ। ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦਾ ਪੂਰਾ ਸੁਭਾਅ ਜਾਣ ਗਏ ਸਨ। ਭਾਈ ਮਰਦਾਨਾ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਮਿਲਿਆ ਖਿਤਾਬ ਸੀ। ਉਹਨਾਂ ਦਾ ਪਾਵਨ ਨਾਂ ਦਾਨਾ ਸੀ। ਭਾਈ ਦਾਨਾ ਜੀ ਦੇ ਪੂਜ ਪਿਤਾ ਜੀ ਦਾ ਨਾਂ ਭਾਈ ਬਦਰੇ ਸੀ ਅਤੇ ਮਾਤਾ ਜੀ ਦਾ ਨਾਂ ਲੱਖੋ ਸੀ। ਮਹਾਕੋਸ਼ ਦੇ ਲਿਖਾਰੀ ਭਾਈ ਕਾਹਨ ਸਿੰਘ ਦੇ ਲਿਖੇ ਅਨੁਸਾਰ ਉਹਨਾਂ ਦਾ ਜਨਮ ਤਲਵੰਡੀ ਵਿਖੇ 1459 ਈਸਵੀ ਨੂੰ ਹੋਇਆ। ਇਸ ਹਿਸਾਬ ਨਾਲ ਉਮਰੋਂ ਉਹ ਗੁਰੂ ਨਾਨਕ ਦੇਵ ਜੀ ਤੋਂ 10 ਕੁ ਸਾਲ ਵੱਡੇ ਸਨ। ਉਹਨਾਂ ਦਾ ਦੇਹਾਂਤ 19 ਨਵੰਬਰ ਸਨ 1534 ਈਸਵੀ ਮੁਤਾਬਕ 13 ਮੱਘਰ 1591 ਨੂੰ ਹੋਇਆ। ਪਰ ਇੱਕ ਗੱਲ ਮਹਾਕੋਸ਼ ਵਿੱਚ ਅਜਿਹੀ ਲਿਖੀ ਹੈ ਜੋ ਇਤਿਹਾਸ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਮਹਾਕੋਸ਼ ਵਿੱਚ ਵਰਣਨ ਹੈ ਕਿ ਮਰਦਾਨਾ ਜੀ ਦਾ ਦੇਹਾਂਤ ਦਰਿਆ ਕੁਰਮ ਦੇ ਕਿਨਾਰੇ ਕੁਰਮ ਸ਼ਹਿਰ ਵਿਖੇ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਨੇ ਸੰਸਕਾਰ ਆਪਣੇ ਹੱਥੀਂ ਕੀਤਾ। ਸੰਨ 1534 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਕਿਸੇ ਵੀ ਹਿਸਾਬ ਨਾਲ ਕੁਰਮ ਨਹੀਂ ਹੋ ਸਕਦੇ ਜਾਂ ਪੁੱਜ ਸਕਦੇ। ਫਿਰ ਆਪੂ ਜੇ ਮਰਦਾਨਾ ਜੀ ਉੱਥੇ ਗਏ ਹੋਣ ਅਤੇ ਉਹਨਾਂ ਦੀ ਅਚਾਨਕ ਮੌਤ ਹੋ ਗਈ ਹੋਵੇ ਤਾਂ ਹੱਥੀਂ ਸੰਸਕਾਰ ਨਹੀਂ ਹੋ ਸਕਦਾ। ਸੋ ਇਹ ਠੀਕ ਅਤੇ ਜੱਚਦਾ ਹੈ ਕਿ ਭਾਈ ਮਰਦਾਨਾ ਜੀ ਨੇ ਕਰਤਾਰਪੁਰ ਹੀ ਪ੍ਰਾਣ ਤਿਆਗੇ ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਰਾਵੀ ਕਿਨਾਰੇ ਸੰਸਕਾਰ ਕੀਤਾ। ਭਾਈ ਮਰਦਾਨਾ ਜੀ ਦੇ 2 ਪੁੱਤਰ ਰਜਾਦਾ ਅਤੇ ਸਜਾਦਾ ਸਨ। ਸਜਾਦਾ ਜੀ ਤਲਵੰਡੀ ਹੀ ਰਹੇ ਅਤੇ ਰਜਾਦਾ ਜੀ ਕਰਤਾਰਪੁਰ ਆ ਟਿਕੇ। ਬਾਬਾ ਅਤੇ ਮਰਦਾਨਾ ਦੋਵੇਂ ਕਿੰਨੇ ਨੇੜੇ ਹੋ ਗਏ, ਉਸ ਦੀ ਉਦਾਹਰਣ ਉਹ ਬਚਨ ਹਨ ਜੋ ਇੱਕ ਵਾਰੀ ਮਰਦਾਨਾ ਜੀ ਆਖੇ। ਉਹਨਾਂ ਆਪਣੇ ਸੁਭਾਅ ਅਨੁਸਾਰ ਕਿਹਾ, ਬਾਬਾ ਤੇਰਾ ਮੇਰਾ ਬਹੁਤਾ ਅੰਤਰ ਨਹੀਂ, ਤੂੰ ਰੱਬ ਦਾ ਡੂਮ ਹੈ, ਮੈਂ ਤੇਰਾ ਡੂਮ। ਫਿਰ ਆਖਣ ਲੱਗਾ, ਤੈਂ ਖੁਦਾਏ ਪਾਇਆ ਹੈ, ਤੈਂ ਖੁਦਾਏ ਦੇਖਿਆ ਹੈ, ਤੇਰਾ ਕਹਿਆ ਖੁਦਾਏ ਕਰਦਾ ਹੈ। ਮੇਰੀ ਬੇਨਤੀ ਹੈ ਕਿ ਇੱਕ ਮੈਨੂੰ ਵਿਛੋੜਨਾ ਨਹੀਂ, ਆਪ ਨਾਹੇ ਨਾ ਇੱਥੇ ਨਾ ਉੱਥੇ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਬਖਸ਼ਿਸ਼ ਕਰਦੇ ਫਰਮਾਇਆ, ਮਰਦਾਨਿਆਂ, ਤੁਧ ਉੱਪਰ ਮੇਰੀ ਖੁਸ਼ੀ ਹੈ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਭਾਈ ਮਰਦਾਨਾ ਜੀ ਨਾਲ ਹੋਈਆਂ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਹੀ ਗੋਸ਼ਟਾਂ ਪੜ੍ਹਨ ਨਾਲ ਸੰਬੰਧ ਰੱਖਦੀਆਂ ਹਨ। ਹਰ ਗੋਸ਼ਟੀ ਨੇ ਕਈ ਗੁੱਝੇ ਭੇਦ ਖੋਲ੍ਹੇ ਹਨ। ਰਾਗ ਦੀ ਮਹੱਤਤਾ, ਧੰਨ ਪਿਰ ਦਾ ਵਿਛੜਨਾ, ਸਮਾਂ ਕਿਹੜਾ ਚੰਗਾ, ਦਰਿਆ ਤੇ ਤਾਂ ਬੇੜਾ ਹੁੰਦਾ ਹੈ, ਮਲਾਹ ਪਾਰ ਲੰਘਾਉਂਦਾ ਹੈ, ਤਿਵੇਂ ਸੰਸਾਰ ਦਰਿਆ ਹੈ, ਇਸੇ ਦਾ ਬੇੜਾ ਕੌਣ ਹੈ, ਲੰਘਾਉਣ ਵਾਲਾ ਕੌਣ ਹੈ, ਮਨੁੱਖ ਖੁਦਾ ਨਾਲ ਮਿਲਦਾ ਕਿਵੇਂ ਹੈ, ਜਿਸ ਨੇ ਉਸ ਨੂੰ ਪਾ ਲਿਆ ਕਿਵੇਂ ਕਰ ਜਾਣੀਏ, ਅਤੇ ਹੋਰ ਕਿੰਨੇ ਹੀ ਸਵਾਲ ਪੁੱਛੇ। ਇਹਨਾਂ ਪ੍ਰਸ਼ਨਾਂ ਤੋਂ ਭਾਈ ਮਰਦਾਨਾ ਜੀ ਦੀ ਲਗਨ ਅਤੇ ਤੀਖਣ ਬੁੱਧੀ ਦਾ ਪਤਾ ਲੱਗਦਾ ਹੈ। ਸੰਸਾਰ ਦੇ ਭਲੇ ਲਈ ਗੁਰੂ ਨਾਨਕ ਦੇਵ ਜੀ ਨੇ ਹਰ ਉਠਾਏ ਪ੍ਰਸ਼ਨ ਦਾ ਉੱਤਰ ਦਿੱਤਾ। ਰਾਗ ਤਾਂ ਸਭ ਭਲੇ ਹੈ ਨਹੀਂ, ਪਰ ਸਭ ਤੋਂ ਭਲਾ ਉਹ ਹੀ ਹੈ ਜਿਸ ਦੁਆਰਾ ਉਹ ਚਿਤ ਆਵੇ। ਸਭੇ ਰੁੱਤਾਂ ਅਰ ਸਭੇ ਮਾਹ ਉਸ ਲਈ ਭਲੇ ਹੈਨ ਜਿਨ੍ਹਾਂ ਨੂੰ ਪਰਮੇਸ਼ਰ ਚਿਤ ਆਉਂਦਾ। ਬਾਣੀ ਬੋਹਿਤ ਹੈ, ਗੁਰੂ ਲੰਘਾਵਣਹਾਰ ਮਲਾਹ ਹੈ। ਜੋ ਅੰਤਰ ਹਉਮੈ ਜੋ ਗਰਭ ਹੈ, ਸੇ ਦਿਲ ਤੇ ਨਿਵਾਰ ਦੂਰ ਕਰੇ ਤਾਂ ਹੀ ਇਹ ਸਾਹਿਬ ਨੂੰ ਪਾਏ। ਅੰਤਿਮ ਸਮੇਂ ਮਰਦਾਨਾ ਅਤੇ ਗੁਰੂ ਨਾਨਕ ਦਾ ਹੋਇਆ ਵਾਰਤਾਲਾਪ ਸੁਣਨ ਨਾਲ ਸੰਬੰਧ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਮਰਦਾਨਿਆਂ, ਤੂੰ ਬੜਾ ਸਾਥ ਨਿਭਾਇਆ। ਜੇ ਤੂੰ ਚਾਹੇ ਤਾਂ ਤੇਰੇ ਮ੍ਰਿਤਕ ਸਰੀਰ ਨੂੰ ਬ੍ਰਾਹਮਣ ਵਾਂਗੂ ਪਾਣੀ ਵਿੱਚ ਰੋੜ ਦਈਏ ਅਤੇ ਤੇਰੀ ਇੱਛਾ ਹੋਵੇ ਤਾਂ ਖੱਤਰੀ ਵਾਂਗੂ ਸਾੜ ਦਈਏ। ਜੇ ਤੇਰਾ ਚਿੱਤ ਹੋਵੇ ਤਾਂ ਮੁਸਲਮਾਨ ਵਾਂਗੂ ਦਬਾ ਦਈਏ। ਜੇ ਤੇਰਾ ਦਿਲ ਹੋਵੇ ਤਾਂ ਵੈਸ਼ ਵਾਂਗੂ ਹਵਾ ਵਿੱਚ ਸੁੱਟ ਦਈਏ। ਮਰਦਾਨਾ ਜੀ ਨੇ ਉਸੇ ਵੇਲੇ ਕਿਹਾ, ਵਾਹ ਬਾਬਾ ਵਾਹ, ਅਜੇ ਵੀ ਸਰੀਰਾਂ ਦੇ ਚੱਕਰ ਵਿੱਚ। ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ, ਮਰਦਾਨਿਆਂ, ਤੂੰ ਬੜਾ ਸਾਥ ਨਿਭਾਇਆ ਹੈ। ਮੇਰਾ ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਚਿੱਟੇ ਪੱਥਰ ਦੀ ਸਮਾਧ ਬਣਾਵਾਂ। ਮਰਦਾਨਾ ਜੀ ਕੁਝ ਭਾਵੁਕ ਹੋ ਕੇ ਕਹਿਣ ਲੱਗੇ, ਬਾਬਾ, ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗਾ ਹਾਂ।
ਹੁਣ ਸੰਗੇ ਮਰਮਰ ਦੀ ਸਮਾਧ ਵਿੱਚ ਪਾਉਣਾ ਚਾਹੁੰਦੇ ਹੋ। ਇਹ ਹੈ ਮਰਦਾਨੇ ਦਾ ਰੂਪ ਜੋ ਸਰੀਰਾਂ ਤੋਂ ਉਤਾਂਹ ਦਾ ਸੀ। ਫਿਰ ਗੁਰੂ ਨਾਨਕ ਦੇਵ ਜੀ ਦਾ ਨੀਵੀਂ ਜਾਤ ਦੇ ਇੱਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਦੇ ਅਭਿਮਾਨੀਆਂ ਤੇ ਇੱਕ ਚੋਟ ਸੀ। ਜਾਂ ਕੀ ਛੋਟ ਜਗਤ ਕੋ ਲੱਗਦੀ ਹੈ, ਬਾਬਾ ਤਾਂ ਉਸੇ ਤੇ ਹੀ ਰੀਝਦਾ ਸੀ। ਬਾਬਾ ਨੀਵਿਆਂ ਨੂੰ ਉੱਚਾ ਅਤੇ ਮਰਦਾਨਾ ਬਣਾਉਣ ਆਇਆ ਸੀ। ਲੋਕੀ ਪੁੱਛਦੇ ਸਨ, ਗੁਰੂ ਨਾਨਕ ਜੀ ਕਿਉਂ ਆਏ? ਤਾਂ ਉਸ ਦਾ ਇੱਕ ਹੀ ਉੱਤਰ ਹੈ ਕਿ ਉਹ ਸਾਨੂੰ ਮਰਦਾਨਾ ਬਣਾਉਣ ਆਏ ਸਨ। ਅਕਲਾਂ ਵਾਲੇ ਦਾਨੇ ਤਾਂ ਬਹੁਤੇ ਮਿਲਣਗੇ, ਪਰ ਮਰਦਾਨਾ ਸੂਰਮਾ ਕੋਈ ਨਹੀਂ ਲੱਭਦਾ। ਇਸੇ ਤਰ੍ਹਾਂ ਜਦ ਇਹ ਪੁੱਛਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਉਂ ਆਏ, ਤਾਂ ਉਸ ਦਾ ਉੱਤਰ ਵੀ ਇੱਕ ਹੀ ਹੈ, ਉਹ ਸਾਨੂੰ ਬੰਦੇ ਬਣਾਉਣ ਆਏ ਸਨ। ਮਨੁੱਖ ਤਾਂ ਬਹੁਤੇ ਮਿਲ ਜਾਣਗੇ, ਪਰ ਇਨਸਾਨ ਅਤੇ ਬੰਦਾ ਲੱਭਣਾ ਮੁਸ਼ਕਿਲ ਹੈ। ਗੁਰੂ ਨਾਨਕ ਦੇਵ ਜੀ ਨੇ ਤਲਵੰਡੀ ਵਿਖੇ ਹੀ ਕੀਰਤਨ ਦੀ ਮਹੱਤਤਾ ਜਾਣ ਲਈ। ਉਹ ਕਿਰਤ ਅਤੇ ਕਿਰਤ ਜੋੜ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਚਾਰੇ ਕਿੱਤੇ ਅਪਣਾਏ। ਹੱਟੀ ਵੀ ਪਾਈ, ਖੇਤੀ ਵੀ ਕੀਤੀ, ਵਪਾਰ ਵੀ ਕੀਤਾ, ਨੌਕਰੀ ਵੀ ਕੀਤੀ। ਕੋਈ ਕਿੱਤਾ ਮਾੜਾ ਨਹੀਂ। ਹਰ ਕੰਮ ਕਰਦਿਆਂ ਹੀ ਕਾਦਰ ਨੂੰ ਪਾਇਆ ਜਾ ਸਕਦਾ ਹੈ। ਸੱਚਾ ਸੌਦਾ। 18 ਵਰ੍ਹਿਆਂ ਦੇ ਹੋਏ ਤਾਂ ਵਪਾਰ ਕਰਨ ਲੱਗੇ। ਚੂਹੜ ਕਾਣੇ ਦੀ ਮੰਡੀ ਲੂਣ ਦਾ ਵਪਾਰ ਕਰਨ ਜਾਇਆ ਕਰਦੇ ਸਨ। ਇੱਕ ਵਾਰੀ ਉੱਥੇ ਅਬਦਾਲਾਂ ਨੂੰ ਖਾਣਾ ਖਵਾ ਆਏ। ਮਹਿਤਾ ਕਾਲੂ ਜੀ ਨੇ ਜਦ ਗੁੱਸਾ ਕੀਤਾ ਤਾਂ ਆਪ ਜੀ ਨੇ ਇਹ ਹੀ ਕਿਹਾ, ਉਹ ਪਿਤਾ ਲਈ ਆਖਰਿਤ ਸਵਾਰ ਆਏ ਹਨ। ਅਬਦਾਲ ਅੱਲਾ ਦੇ ਕੀਰਤਨ ਨਾਲ ਜੁੜਨ ਵਾਲਿਆਂ ਦਾ ਇੱਕ ਸੂਫੀ ਤਬਕਾ ਸੀ। ਕਈਆਂ ਦਾ ਖਿਆਲ ਹੈ ਕਿ ਅਬਦਾਲੀ ਅਸਲ ਵਿੱਚ ਅਬਦ ਅਲੀ ਜੋ ਵਿਗਾੜ ਕੇ ਹੀ ਬਣਿਆ ਹੈ। ਖਲੀਫਾ ਰਸੂਲ ਅਲੀ ਮੁਰਤਜ਼ਾ ਅਤੇ ਈਮਾਨ ਲਿਆਉਣ ਵਾਲੇ ਲੋਕਾਂ ਨੂੰ ਅਬਦਾਲੀ ਕਹਿੰਦੇ ਸਨ। ਕਈਆਂ ਦਾ ਇਹ ਵਿਚਾਰ ਹੈ ਕਿ ਇਸ ਤਬਕੇ ਦੇ ਬਾਨੀ ਦਾ ਨਾਂ ਹੀ ਅਬਦਾਲ ਸੀ। ਕੁਝ ਵੀ ਹੋਵੇ, ਅਬਦਾਲ ਇਹ ਹੀ ਕਿਹਾ ਕਰਦੇ ਸਨ ਕਿ ਰਾਗ ਸਦ ਹੈ, ਅੱਲਾ ਵੱਲੋਂ ਰੂਹ ਨੂੰ ਰੂਹ ਦਾ ਜਵਾਬ ਹੈ। ਵਜਦ ਵਿੱਚ ਆ ਜਾਣਾ, ਗਸ਼ ਹੋ ਕੇ ਡਿੱਗ ਪੈਣਾ ਅਤੇ ਰੂਹ ਦਾ ਅੱਲਾ ਵਿੱਚ ਸਮਾ ਜਾਣਾ। ਇਹ ਹੀ ਕਾਰਨ ਲੱਗਦਾ ਹੈ ਕਿ ਜਿੱਥੇ ਬਾਬਾ ਨਾਨਕ ਜੀ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਹਨ, ਉੱਥੇ ਢਾਡੀ ਅਤੇ ਤਬਲਬਾਜ਼ ਕਹਿ ਕੇ ਬਹੁਤ ਖੁਸ਼ ਹੁੰਦੇ ਹਨ। ਇਸ ਲਈ ਵੀ ਉਹ ਮਰਦਾਨਾ ਨੂੰ ਸਾਥ ਰੱਖਦੇ ਸਨ। ਇੱਕ ਵਾਰੀ ਪੰਡਤ ਨਾਲ ਗੋਸ਼ਟ ਕਰਦੇ ਹੋਏ ਜਦ ਸ਼ਬਦ ਦੀ ਮਹਿਮਾ ਗਾਈ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਬਾਤਾਂ ਜੋ ਨਾਨਕ ਕਹਿੰਦਾ ਹੈ, ਸੀ ਬਾਤ ਹਮ ਵੇਦ ਸ਼ਸਤਰ ਮਹਿ ਤੇ ਵੀ ਕਭੇ ਨਾਹੀਂ ਸੁਣੀ। ਵੇਦ ਤਾਂ ਕਿਸੇ ਮਨੁੱਖ ਨੂੰ ਖੁਸ਼ ਕਰਨ ਜਾਂ ਸਰਾਪ ਦੇ ਡਰ ਤੋਂ ਹੀ ਲਿਖੇ ਗਏ ਹਨ ਅਤੇ ਇੱਥੇ ਹਰ ਗੱਲ ਪਰਮਾਤਮਾ ਦੀ ਹੀ ਸੀ। ਸੱਚ ਨਾਮ ਕਰਤਾ ਪੁਰਖ ਦੀ ਹੀ ਸੀ। ਪੰਡਤ ਦੀ ਸਮਝ ਤੋਂ ਇਹ ਗੱਲ ਉੱਚੀ ਸੀ ਕਿ ਜੇ ਕੋਈ ਉੱਚੀ ਜਾਤ ਵਿੱਚ ਜੰਮ ਕੇ ਫਿਰ ਜਾਤ ਦਾ ਅਹੰਕਾਰ ਛੱਡ ਕੇ ਉਸ ਨੂੰ ਚੇਤੇ ਰੱਖੇ, ਉਸ ਦਾ ਕਹਿਣਾ ਹੀ ਕੀ। ਪਰ ਜੇ ਕੋਈ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਪ੍ਰਭੂ ਦਾ ਭਗਤ ਬਣ ਜਾਏ ਤਾਂ ਬੇਸ਼ੱਕ ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਏ। ਜਾਤ ਕੁਲੀਨ ਸੇਵਕ ਜੋ ਹੋਏ, ਤਾਕਾ ਕਹਿ ਨ ਕੋਏ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੇ ਸੋਏ। ਸ਼ਾਦੀ। 15 ਵਰ੍ਹਿਆਂ ਦੇ ਹੋਏ ਤਾਂ ਸ਼ਾਦੀ ਹੋਈ ਅਤੇ ਵਿਸਾਖੀ ਵਾਲੇ ਦਿਨ ਹੀ ਕੁੜਮਾਈ ਆਈ। ਸ਼ਾਦੀ ਬਟਾਲੇ ਹੋਈ। ਉਹਨਾਂ ਦੇ ਸਹੁਰਾ ਭਾਈ ਮੂਲਾ ਜੀ ਬਟਾਲਾ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਦੀ ਵੱਡੀ ਬੱਚੀ ਦਾ ਨਾਂ ਸੁਲੱਖਣੀ ਸੀ। ਸੋ ਬਰਾਤ ਬਟਾਲੇ ਹੀ ਗਈ। ਬਰਾਤ ਵਿੱਚ ਹਰ ਜਾਤ ਦੇ ਲੋਕੀ ਆਏ ਅਤੇ ਸਾਰਿਆਂ ਨੇ ਇੱਕ ਥਾਂ ਹੀ ਖਾਣਾ ਖਾਧਾ। ਜਨਮ ਸਾਖੀ ਵਾਲੇ ਇਸ ਗੱਲ ਨੂੰ ਉਚੇਚ ਕਰ ਲਿਖਦੇ ਹਨ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਹੈ। ਉਸ ਦਾ ਕਾਰਨ ਇਹ ਲੱਗਦਾ ਹੈ ਕਿ ਮਰਿਆਦਾ ਪੁਰਸ਼ੋਤਮ ਰਾਮ ਜੀ ਦੀ ਜਦ ਸ਼ਾਦੀ ਹੋਈ ਤਾਂ ਹਰ ਜਾਤ ਵਾਲੇ ਨੂੰ ਅੱਡ ਅੱਡ ਖਾਣਾ ਖੁਆਇਆ ਗਿਆ ਅਤੇ ਵੱਖ ਵੱਖ ਅਸਥਾਨਾਂ ਤੇ ਟਿਕਾਇਆ ਗਿਆ ਸੀ। ਉੱਤਮ ਨੀਚ ਲਘੂ ਨਿਜ ਨਿਜ ਥਲ ਅਨੁਹਰੀ। ਤੁਲਸੀ ਨੇ ਲਿਖਿਆ ਹੈ, ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਸਾਰੇ ਹੀ ਇੱਕੋ ਥਾਂ ਪ੍ਰਸ਼ਾਦਾ ਛਕਣਗੇ। ਰੀਤਾਂ ਰਸਮਾਂ ਤੋਂ ਉੱਚੇ ਹੋ ਕੇ ਵਿਆਹ ਕਰਵਾਇਆ। ਮਿਹਰਬਾਨ ਦੀ ਜਨਮ ਸਾਖੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ ਕਿ ਵਿਆਹ ਵੇਲੇ ਵੈਦਿਕ ਰਸਮਾਂ ਨਹੀਂ ਹੋਈਆਂ ਅਤੇ ਨਿਰੋਲ ਕੀਰਤਨ ਹੀ ਕੀਤਾ ਗਿਆ ਸੀ।
श्री गुरु पर प्रेम प्रकाश अनुसार एक ओंकार सतनाम करता पुरख निरभौ निर्वैर अकाल मूर्त अजूनी सै गुरप्रसाद। लिख के चौंकी ते रख फेरे लए। महिमा प्रकाश ने साखी बाबा नानक जी के विहार की विच लिखिया है कि जद आप जी बरात लैके चढ़े सन तां पग सिर ते खूब सज रही सी। सिर पाग बस्तर धागा। शादी पिछों भी गृहस्थ विच खचत ना होए। माता तृप्ता ने एक दिन कहा भी बच्चा तेरा जियो कित्थे है, तू अठे पहर कित ध्यान हुंदा है, सच आख। जद सच आख कहा तो गुरु नानक देव जी बोले, हर बिन जियरा रह न सके, खिन सतगुर बूझ बुझाई। माता जी ने उस समय बड़ी सुंदर गल कही, बेटा माता पिता परमेश्वर ही के कीते होए हैं। संसार दे भाई भतीजे भी परमेश्वर दे ही हन। इस्त्री भी तेरे पिछे परमेश्वर ने ही लगाई है। गुरु नानक देव जी ने कहा यह ठीक है अते गृहस्थ भी इसे ਲਈ ही कीता है, पर सुख उस समय मिलदा है जद उस नूं निहालां अते उस दे ध्यान विच रहां तां ही जीवदा हां। माता जी ने स्पष्टीकरण मंगदे कहा, असीं तां ਇਹ सुणदे आए हां कि ਉਹ दूर है, पर तुसां पास ही खड़े कहंदे हो। गुरु नानक जी ने फरमाया, ਇਹ हुमे जो मिटाए दूर करे, गुर के शब्द समाए जाए। जैसा शब्द गुरु का कहता है, अर साहिब भी उसे ही कहिए लगता है। उस ते साहिब विच भेत नहीं हुंदा। उदासी का कारण यह है कि परमेश्वर दा लोक कोई नहीं मिलता जिस साथ परमेश्वर जी कियां बातां करां। रोग दा दारू। तलवंडी विच ही हकीम अते वैद नूं भी जीवन तत्त समझाया जिवें पांधे नूं पट्टी लिख समझाया सी। ਉਹ ऐसा पंध पाए जिस ते तुर के चाटखे गुरमुख हो सकन अते हरदास ना दे वैद नूं कहा कि ठीक इलाज ਉਹ ही कर सकेगा जो पहला रोग पछाणन दी जुरत रखदा है। दुनिया विच दो ही रोग हन, एक पित्त अते दूजा वाओ। कुछ लोग आफर आफर फिरदे हन अते कुछ क्रोधी होए अपने अते दूजे दा तन मन साड़ी रखदे हन। सो वैद दी दवाई नाल वल होना एक भरम है। बीमारी तां आत्मा है, असल रोग खसम दा विसरना है। खसम विसरे किए रस भोग, तां तन उठ खलोए रोग। मन अंधे क्यों मिल सजाए, वैद ना भोले दाहू लाए। रोगी तां मन है, इते इलाज भी उसे दा ही होना चाहिदा है। दवाई दसदे होए कहा कि दुनिया विच दुख कलेश जहर न्याई हन, पर यह जहर दा कुश्ता बनाउण लई परमात्मा दा नाम जड़ी बूटी दी थां वरतिया जाए। यह कुश्ते नूं पीहण लई संतोख दी सिला बनाई जाए अते दान नूं अपने हत्थ विच पीहण वाला पत्थर दा वट्टा बना लिया जाए अते यह कुश्ता जे सदा खाया जाए तां मनुख मौत नूं जित लवेगा, डरां तो बच सकेगा। दुख मोहरा मारन हर नाम, सिला संतोख पीसन हथ दान। नित नित ले ना शीजे दे, अंतकाल जम मारे ठे। ऐसा दारू खाहे गवार, जित खाधे तेरे जाहे विकार रहाओ। फिर दसदा है कि दुनिया दा राज धन पदार्थ अते जवानी दे नशे ने अखां अगे हनेरा लै आंदा है। ਇਹ ਸਾਰੇ ਤਾਂ ਪਰਛਾਵੇਂ ਹਨ। ਜਦੋਂ ਸੂਰਜ ਚੜ੍ਹਦਾ ਹੈ ਤਾਂ ਇਹਨਾਂ ਦੀ ਅਸਲ ਕੀਮਤ ਦਿਸ ਪੈਂਦੀ ਹੈ। ਮਨੁੱਖ ਜਗਤ ਵਿੱਚ ਹੁੰਦਿਆਂ ਤਿੰਨ ਮਾਣ ਕਰਦਾ ਹੈ। ਇੱਕ ਉਸ ਨੂੰ ਜਵਾਨੀ ਦਾ ਮਾਣ ਹੈ, ਦੂਜਾ ਆਪਣੇ ਨਾਮ ਅਤੇ ਨਾਮਣੇ ਦਾ ਅਤੇ ਤੀਜਾ ਉੱਚੀ ਜਾਤੀ ਦਾ। ਪਰ ਪ੍ਰਭੂ ਦੇ ਦਰ ਨਾ ਨਾਮ, ਨਾ ਸਰੀਰ ਅਤੇ ਨਾ ਹੀ ਉੱਚ ਜਾਤ ਕਬੂਲ ਹੁੰਦੇ ਹਨ, ਕਿਉਂਕਿ ਉਸ ਦੀ ਹਜ਼ੂਰੀ ਵਿੱਚ ਗਿਆਨ ਦਾ ਦਿਨ ਚੜ੍ਹਿਆ ਹੁੰਦਾ ਹੈ ਅਤੇ ਇੱਥੇ ਦੁਨੀਆ ਵਿੱਚ ਮਾਇਆ ਦੇ ਮੋਹ ਦੀ ਰਾਤ ਪਈ ਹੁੰਦੀ ਹੈ।
राज माल जोबन सब शाम, रथ फरिंदे दिसे थाम, दे ना नावी ना होवे जात, उथे देह ਇੱਥੇ सब रात। एक वारी सारे परिवार ने पुछया कि उस नूं हर समय किवें याद करिए तां कुछ समां तां छुट ही जांदा है। तां गुरु नानक देव जी दा उत्तर सी, जे बंबीहे नूं कहीए तूं अब ना बोल, घड़ी पहर दो पहर तीकण बोल, तां कि ओह बोलन तो रह जावेगा, ओह कदे नहीं हटेगा। सो परमेश्वर नूं सदा याद रखण विच ही सारे सुख हन। जद सारी तलवंडी ने धर्म दा मार्ग पुछया तां आप जी ने कहा कि सारियां बीमारियां हिम्मे तो ही हुंदियां हन, हिम्मे दूर हो सकदी है। ऐसा पेड़ लगाउण नाल करम पेड़ साखां हरी, धर्म फल फुल ज्ञान, पत प्राप्ति शाम घणी, चूका मन अभिमान। जिस दा भाव है हिम्मे भुलाउण वाले काम करन नाल हिरदे अंदर एक रुख उग पवेगा, जिस नूं हर नाम सिमरन दियां टहणियां फुट पैणगीਆਂ ਅਤੇ जीवन धर्म मई हो जावेगा ਅਤੇ प्रभु नूं ठीक पछाणन वाला फुल लगेगा। परमात्मा दी प्राप्ति दे पत्तर उग पैणगे ਅਤੇ निर्माणता उस रुख दी ठंडी छां होवेगी। प्रतिभा 27 वरियां दे होए तां आप जी ने ਸਰੂਪ ਬਾਰੇ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਨਾਮ ਦਾਨ ਇਸ਼ਨਾਨ ਭਾਵ ਰੱਬ ਵੱਲ ਮੂੰਹ, ਲੋਕਾਂ ਦੀ ਭਲਾਈ ਦੇ ਕੰਮ ਅਤੇ ਕੀਰਤਨ ਵਿੱਚ ਮਗਨ ਰਹਿੰਦੇ, ਗੁਰਮੁਖ ਗਿਆਨ, ਗੁਰੂ ਜੀ ਦਾ ਧਿਆਨ, ਸ਼ਿਵ ਸੰਜਮ ਸੁਰਤ ਉਪਜੀ, ਸੱਚ ਸੰਤੋਖ ਉਪਜਿਆ, ਇਤ ਜੁਗਤ ਉਪਜੀ, ਸੁਕ੍ਰਿਤ ਉਪਜਿਆ ਅਤੇ ਕੁਬਿੱਦ ਬਿਨਸੀ। ਅਗਲਾ ਪਿੜ ਮੱਲਣਾ ਜ਼ਰੂਰੀ ਸੀ। ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਚੰਦ ਜੀ ਦਾ ਜਨਮ। ਬਾਬਾ ਸ਼੍ਰੀ ਚੰਦ ਜੀ ਦਾ ਜਨਮ 1596 ਈਸਵੀ ਨੂੰ ਹੋਇਆ ਅਤੇ ਠੀਕ 2 ਸਾਲ ਉਪਰੰਤ ਬਾਬਾ ਲਖਮੀ ਚੰਦ ਜੀ ਦਾ ਜਨਮ ਹੋਇਆ। ਜਦ ਗੁਰੂ ਜੀ 32 ਵਰਿਆਂ ਦੇ ਹੋਏ ਤਾਂ ਭਾਈ ਜੈ ਰਾਮ ਜੀ, ਜੋ ਗੁਰੂ ਨਾਨਕ ਦੇਵ ਜੀ ਦੇ ਭਣਵੱਈਏ ਸਨ, ਸੁਲਤਾਨਪੁਰ ਤੋਂ ਲੈਣ ਲਈ ਆਏ। आप जी ने सुल्तानपुर जाना मन लिया। जद आप जान लगे तो माता सुलखणी जी ने नाल ही जान की बेनती की, तां जो उत्तर विच आप जी ने दिता ओह बाबे नानक दा गृहस्थी स्वरूप प्रगटाउण लई काफ़ी है। आप जी ने कहा, परमेश्वर कीए सुलखणीए, हुण तां मैं जांदा हाँ, जे मेरे रोजगार दी काई बनसी तां सदाए लैसां, तूं आग्या मन लै, भैण ते भारा पाउणा ठीक नहीं, गृहस्थी मैं बड़ा गृहस्थी। माता सुलखणी जी ने भी बड़े भावपूर्त बचन कहे सन। माता जी ने कहा, जो जी तुसी घर बैठे होए आहे तां मेरे भाणे सारे जहान की पातशाही हुंदी है। जदों मोदी खाने दे प्रबंधक थापे गए तां पहला काम आप जी ने यह ही किया कि मरदाना जी नूं भेज के बच्चे अते घरवाली सुल्तानपुर सदवा लए। माता सुलखणी जी ने भी गुरु जी वाला सुभाਅ पा लिया। घरों किसे नूं खाली ना जाण दिंदे, जाचक शुशो को ना सिधावां। जद सुल्तानपुर जान लगे तां राय बुलार ने कहा कि उस दे लायक कोई टहल होवे तां आग्या करो। तां गुरु नानक देव जी ने फरमाया, मैं तुहानूं इक्को सलाह दिंदा हां, जे मन्नो तां ओह इह है, जिथे तुहाडा अपना जोर ना चले उत्थे हलीमी सहत अल्लाह नूं पकारो। राय बुलार ने भी उस स्थान नूं जिथे गुरु नानक देव जी का प्रकाश होया सी धर्म स्थान बना दिता अते महिता जी लई अलग हवेली उसार दिती। सब तो वड्डी गल, हर जन्म दिन ते लंगर लगांदा, तोपां दी सलामी लैंदा अते कागजां विच पिंड दा नाम ननकाना साहिब कर दिता। मालीए का 10वां हिस्सा लोकां विच वंडदा सी। गुरु नाम धन लंगर लायो, करको 10वें बाटा पायो। राय बुलार बारे लिखना यह कुथान नहीं होवेगा कि ओह नवाब दौलत खां दा सहुरा सी। अज असीं बलिओ चिराग किताब दे
41 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।